ਗੁਰੂ ਨਾਨਕ ਬਿਰਧ ਅਨਾਥ ਅਪਾਹਜ ਨੇਤਰਹੀਣ ਆਸ਼ਰਮ ਸਾਹਨੀ ਦੇ ਜਿਹੜੇ ਕਮੇਟੀ ਦੇ ਪ੍ਰਧਾਨ ਨੇ ਸਰਦਾਰ ਕਿਰਪਾਲ ਸਿੰਘ ਮਾਇਓਪੱਟੀ ਸਾਹਿਬ, ਉਹਨਾਂ ਦੇ ਕੋਲ ਹਾਂ ਇਸ ਵੇਲੇ ਮੈਂ। ਆਓ ਜਾਣਕਾਰੀ ਲੈਂਦੇ ਹਾਂ ਇਸ ਆਸ਼ਰਮ ਦੇ ਬਾਰੇ ਦੇ ਵਿੱਚ। ਕਿਵੇਂ ਚੱਲ ਰਿਹਾ ਇਸ ਵੇਲੇ ਆਸ਼ਰਮ ਦਾ ਜਿਹੜਾ ਸਾਰਾ ਖਰਚੇ ਬਹੁਤੇ ਹੁੰਦੇ ਨੇ, ਲੰਗਰ ਰੋਜ਼ਾਨਾ ਬਜ਼ੁਰਗ ਬਿਮਾਰ ਵੀ ਹੁੰਦੇ ਨੇ, ਹੋਰ ਤਰ੍ਹਾਂ ਤਰ੍ਹਾਂ ਦੇ ਰੋਜ਼ਾਨਾ ਖਰਚੇ ਨੇ। ਇਹ ਕੁਝ ਸੰਕਟ ਦੇ ਵਿੱਚੋਂ ਵੀ ਲੰਘ ਕੇ ਗੁਜ਼ਰਿਆ ਹੈਗਾ। ਅਤੇ ਵੈਸੇ ਤਾਂ ਇਹ ਆਸ਼ਰਮ ਲੰਬੇ ਸਮੇਂ ਤੋਂ ਚੱਲਦਾ, ਅਤੇ ਅੱਜ ਦੀ ਸਥਿਤੀ ਕੀ ਹੈਗੀ ਆ? ਸਭ ਤੋਂ ਪਹਿਲਾਂ ਮੈਂ ਤੁਹਾਡੇ ਦਰਸ਼ਕਾਂ ਨੂੰ ਫਤਿਹ ਬੁਲਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਜਿਹੜੀ ਦੱਸਣ ਵਾਲੀ ਗੱਲ ਹੈ ਕਿ ਇਹ 6 ਸਾਲ ਪਹਿਲਾਂ ਇਹ ਆਸ਼ਰਮ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਜੀ। ਔਰ ਬੜੇ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਆਸ਼ਰਮ ਜਲਦੀ ਤਰੱਕੀ ਵਿੱਚ ਆਇਆ ਅਤੇ ਇਹ ਆਸ਼ਰਮ ਬਹੁਤ ਜ਼ਿਆਦਾ ਔਰ ਜਲਦੀ ਡਿਵੈਲਪ ਹੋਇਆ। ਅਤੇ ਇਹਦੇ ਵਿੱਚ 144 ਦੇ ਕਰੀਬ ਇਸ ਵੇਲੇ ਬੇਸਹਾਰਾ ਬਜ਼ੁਰਗ, ਬੀਬੀਆਂ, ਅਪਾਹਿਜ ਬੱਚੇ ਜਿਹੜੇ ਇੱਥੇ ਰਹਿ ਰਹੇ ਨੇ। ਹੁਣ ਕੋਈ ਮਾੜਾ ਸਮਾਂ ਆਇਆ ਆਸ਼ਰਮ ਦਾ, ਕਹਿ ਲਈਏ ਕਿ ਜਿਹੜੇ ਮੁੱਖ ਸੰਚਾਲਕ ਸੀ ਇੱਥੇ, ਉਹਨਾਂ 'ਤੇ ਬਲਾਤਕਾਰ ਦਾ ਮੁਕੱਦਮਾ ਦਰਜ ਹੋ ਗਿਆ। ਉਸ ਤੋਂ ਬਾਅਦ ਉਹ ਜੇਲ੍ਹ ਚਲੇ ਗਏ। ਪਿੱਛੇ ਜਿਹੜਾ ਟਰੱਸਟ ਸੀਗਾ, ਟਰੱਸਟ ਦੇ 8 ਮੈਂਬਰ ਸੀਗੇ। 8 ਮੈਂਬਰਾਂ ਵਿੱਚੋਂ 5 ਮੈਂਬਰ ਜਿਹੜੇ ਆ ਉਹ ਦਿਆਲ ਸਿੰਘ ਉਹਨਾਂ ਦੇ ਸੀਗੇ, ਆਪਣੇ ਪਰਿਵਾਰ ਦੇ ਹੀ ਸੀਗੇ ਉਹਨਾਂ ਦੇ। ਅਤੇ ਉਹ ਸਾਰਿਆਂ ਨੇ ਅਸਤੀਫਾ ਦੇਣ ਤੋਂ ਬਾਅਦ ਉਹ ਟਰੱਸਟ ਭੰਗ ਹੋ ਗਿਆ। ਅਤੇ ਇੱਥੇ ਦੇ ਹਾਲਾਤ ਇਹ ਹੋ ਗਏ ਕਿ ਟਰੱਸਟ ਤੋਂ ਪੈਸਾ ਨਾ ਮਿਲਣ ਕਰਕੇ, ਉੱਤੋਂ ਲੋਕਡਾਊਨ ਹੋ ਗਿਆ, ਕਰੋਨਾ ਵਾਇਰਸ ਦੀ ਬਿਮਾਰੀ ਕਰਕੇ ਸੰਗਤਾਂ ਦਾ ਆਉਣ ਜਾਣ ਘੱਟ ਗਿਆ, ਅਤੇ ਇੱਥੇ ਜਿਹੜਾ ਦਾਨ ਵੀ ਬਹੁਤ ਘੱਟ ਗਿਆ। ਅਤੇ ਇੱਥੇ 144 ਜਿਹੜੇ ਆਪਣੇ ਇੱਥੇ ਬੰਦੇ ਰਹਿ ਰਹੇ ਬੇਸਹਾਰਾ, ਉਹਨਾਂ ਦਾ ਲੰਗਰ ਪ੍ਰਸ਼ਾਦੇ ਦਾ ਵੀ ਬਹੁਤ ਔਖਾ ਹੋ ਗਿਆ। ਸੋ ਪਹਿਲਾਂ ਜਿਹੜਾ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਸੀ ਗੁਰੂ ਰਾਮਦਾਸ ਲੰਗਰ ਸੇਵਾ ਹੀਰਾਪੁਰ ਹੁਸ਼ਿਆਰਪੁਰ ਵੱਲੋਂ, ਉਹਨਾਂ ਵੱਲੋਂ ਲੰਗਰ ਰੋਜ਼ਾਨਾ ਆ ਰਿਹਾ ਸੀਗਾ। ਪਰ ਕੁਛ ਪਿੱਛੇ ਬੰਦਿਆਂ ਨੇ ਮਤਲਬ ਕਿਸੇ ਕਾਰਨ ਬਸ ਉਹ ਵੀ ਬੰਦ ਹੋ ਗਿਆ, ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਫਿਰ ਸਾਡੀ ਕਮੇਟੀ ਜਿਹੜੇ ਪ੍ਰਬੰਧਕ ਇੱਥੇ ਜਿਹੜੇ, ਉਹਨਾਂ ਨੇ ਫਿਰ ਆਪਾਂ ਇੱਕ ਮੀਟਿੰਗ ਕਰਕੇ, ਹੋਰ ਅਸੀਂ ਪਿੰਡ ਭਾਮ ਹੈ ਉੱਥੇ ਗੁਰਦੁਆਰਾ ਗੁਰੂ ਰਵਿਦਾਸ ਜੀ, ਉਹ ਵੀ ਲੰਗਰ ਦੀ ਸੇਵਾ ਕਰਦੇ, ਉਹਨਾਂ ਨੇ ਇੱਕ ਟਾਈਮ ਸਾਨੂੰ ਦੇਣਾ ਕੀਤਾ ਕਿ ਵੀ ਅਸੀਂ ਇੱਕ ਟਾਈਮ ਦਾ ਜਿਹੜਾ ਲੰਗਰ ਪ੍ਰਸ਼ਾਦਾ ਤੁਹਾਡੇ ਇੱਥੇ ਪਹੁੰਚਾਵਾਂਗੇ। ਅਤੇ ਇੱਕ ਟਾਈਮ ਦਾ ਜਿਹੜਾ ਉਹ ਇੱਥੇ ਦੀਆਂ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਵੇਰ ਦਾ ਲੰਗਰ ਜਿਹੜਾ ਉਹ ਇੱਥੇ ਪੱਕਦਾ ਅਤੇ ਸ਼ਾਮ ਦਾ ਉੱਧਰੋਂ ਆ ਜਾਂਦਾ। ਇਸ ਤਰੀਕੇ ਕਰਕੇ ਜਿਹੜੀ ਲੰਗਰ ਪ੍ਰਸ਼ਾਦੇ ਦੀ ਸਮੱਸਿਆ ਨੂੰ ਹੱਲ ਕੀਤਾ ਗਿਆ। ਉਹ ਤੋਂ ਅਗਲੀ ਜਿਹੜੀ ਗੱਲ ਹੋ ਗਈ ਸੀ ਉਹ ਸੀ ਕਿ ਜਿਹੜਾ ਇੱਥੇ ਸਟਾਫ ਸੀ 22 ਜਣੇ ਹੈਗੇ ਆ, ਜਿਹੜੇ ਕਰਮਚਾਰੀ ਆ ਪੇਡ ਹੈਗੇ ਨੇ, ਉਹ ਉਹਨਾਂ ਵਿੱਚ ਕੇਅਰ ਟੇਕਰ ਜ਼ਿਆਦਾ ਨੇ, ਜਿਹੜੇ ਬਜ਼ੁਰਗਾਂ ਨੂੰ ਨਵਾਉਂਦੇ ਨੇ, ਧੁਆਉਂਦੇ ਨੇ, ਉਹਨੇ ਕੱਪੜੇ ਬਦਲਦੇ, ਬੱਚਿਆਂ ਦੇ ਇਸੇ ਤਰ੍ਹਾਂ ਇੱਦਾਂ ਹੀ ਬੀਬੀਆਂ ਕੇਅਰ ਟੇਕਰ ਹੈਗੀਆਂ, ਉਹਨਾਂ ਦੀ ਸੈਲਰੀ ਬਣਦੀ ਆ ਉਹ ਤਕਰੀਬਨ 1.5 ਲੱਖ ਰੁਪਏ ਬਣਦੀ ਹੈ। ਸੋ ਇਹ ਸਾਰਾ ਕੁਛ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੋਇਆ। ਪਰ ਇਹਦੇ ਵਿੱਚ ਜਿਹੜੀ ਦੇਖਣ ਵਾਲੀ ਗੱਲ ਹੈ ਕਿ ਵੀ ਹੁਣ ਟਰੱਸਟ ਦੇ ਜਿਹੜੇ ਅਕਾਊਂਟਸ ਹੈਗੇ ਆ ਇਸ ਵੇਲੇ ਉਹ ਲੋਕਾਂ ਤੱਕ ਗਏ, ਉਹ ਪੁਰਾਣੇ ਟਰੱਸਟ ਦੇ ਹੈਗੇ ਆ, ਔਰ ਉਹ ਅਕਾਊਂਟਸ ਜਿਹੜੇ ਆ ਅੱਜ ਵੀ ਸੰਗਤਾਂ ਜੇ ਸਾਹਨੀ ਆਸ਼ਰਮ ਇਹ ਗੁਰੂ ਨਾਨਕ ਬਿਰਧ ਅਨਾਥ ਅਪਾਹਜ ਅਤੇ ਨੇਤਰਹੀਣ ਆਸ਼ਰਮ ਲਈ ਜੇ ਕੋਈ ਦਾਨ ਕਰਦਾ ਤਾਂ ਉਹਨਾਂ ਟਰੱਸਟਾਂ ਵਿੱਚ ਚਲਾ ਜਾਂਦਾ ਪੈਸਾ, ਜੋ ਕਿ ਇਸ ਵੇਲੇ ਬੰਦ ਨੇ। ਸੋ ਅਸੀਂ ਇਹ ਸਮੂਹ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਇੱਕ ਨਵਾਂ ਅਕਾਊਂਟਸ ਦਾ ਨੰਬਰ ਦਿੱਤਾ ਆ, ਅਤੇ ਆਪਣੇ ਇੱਥੋਂ ਜਿਨ੍ਹਾਂ ਨੇ ਜ਼ਮੀਨ ਦਾਨ ਕੀਤੀ ਸੀ ਬਾਬਾ ਰਣਜੀਤ ਸਿੰਘ ਜੀ, ਜੋ ਇਸ ਵੇਲੇ ਇਸ ਆਸ਼ਰਮ ਦੇ ਮੁੱਖ ਸੰਚਾਲਕ ਨੇ, ਉਹਨਾਂ ਦਾ ਨੰਬਰ ਦਿੱਤਾ ਗਿਆ ਹੈ। ਉਹਦੇ ਨੰਬਰ 'ਤੇ ਤੁਸੀਂ ਪੇਟੀਐਮ ਰਾਹੀਂ, ਤੁਸੀਂ ਬੈਂਕ ਅਕਾਊਂਟ ਰਾਹੀਂ ਜੋ ਵੀ ਆਪਣਾ ਤੁਹਾਡਾ ਦਸਵੰਧ ਬਣਦਾ, ਜੋ ਤੁਸੀਂ ਦੇਣਾ ਚਾਹੁੰਦੇ ਹੋ, ਉਹ ਉਹਨਾਂ ਸਹੀ ਹੱਥਾਂ ਵਿੱਚ ਪਹੁੰਚਦਾ ਕਰੋ, ਤਾਂ ਕਿ ਜੋ ਇੱਥੇ ਲੋੜਵੰਦ ਬਜ਼ੁਰਗ ਬੇਸਹਾਰਾ ਜੋ ਵੀ ਰਹਿ ਰਹੇ ਨੇ ਉਹਨਾਂ ਦੀ ਚੰਗੀ ਤਰ੍ਹਾਂ ਸੇਵਾ ਸੰਭਾਲ ਜਿਹੜੀ ਆ ਉਹ ਆਪਾਂ ਕਰ ਸਕੀਏ। ਅਤੇ ਅੱਗੋਂ ਜਿਹੜਾ ਸਾਡੇ ਮੂਹਰੇ ਜਿਹੜੀ ਸਮੱਸਿਆ ਆ ਰਹੀ ਹੈ ਉਹ ਆਪ ਜੀ ਨੂੰ ਦੱਸ ਦਿੱਤਾ ਗਿਆ ਕਿ ਬਿਜਲੀ ਦਾ 5.5 ਲੱਖ ਰੁਪਏ ਦਾ ਬਿੱਲ ਇੱਥੇ ਖੜ੍ਹਾ ਹੈ ਇਸ ਵੇਲੇ। ਉਹਦੇ ਨਾਲ ਜਿਹੜੇ ਇੱਥੇ ਰਹਿ ਰਹੇ ਬਜ਼ੁਰਗ ਹੋਣ ਕਰਕੇ ਉਹਨਾਂ ਦੀਆਂ ਦਵਾਈਆਂ ਦੇ ਖਰਚੇ ਹੈਗੇ, ਹੋਰ ਕਈ ਤਰ੍ਹਾਂ ਦੇ ਖਰਚੇ ਹੈਗੇ, ਉਹਨਾਂ ਨੂੰ ਹਸਪਤਾਲ ਲੈ ਕੇ ਜਾਣ ਦਾ ਖਰਚਾ ਹੈ। ਸੋ ਜਿੰਨਾ ਵੱਧ ਤੋਂ ਵੱਧ ਸਾਡੇ ਦਾਨੀ ਸੱਜਣ ਜਿਹੜੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਵੱਧ ਤੋਂ ਵੱਧ ਜਿਹੜਾ ਇਹ ਸਾਹਨੀ ਆਸ਼ਰਮ ਲਈ ਜਿਹੜਾ ਸਹਿਯੋਗ ਕਰੋ,
ਔਰ ਆਪ ਅੱਗੇ ਆ ਕੇ ਇੱਥੇ ਦਾ ਜਿਹੜਾ ਉਹ ਪ੍ਰਬੰਧ ਦੇਖੋ, ਤੇ ਅੱਗੇ ਨਾਲੋਂ ਅਸੀਂ ਵੀ ਸਾਡੀ ਜਿਹੜੀ ਪੂਰੀ ਪ੍ਰਬੰਧਕ ਕਮੇਟੀ ਇਸ ਵੇਲੇ ਤਤਪਰ ਹੈ, ਔਰ ਪੂਰੇ ਉਹਨਾਂ ਦਾ ਬਹੁਤ ਤਰੀਕੇ ਨਾਲ, ਹਰ ਤਰੀਕੇ ਨਾਲ ਧਿਆਨ ਰੱਖਿਆ ਜਾਂਦਾ ਹੈ, ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ। ਤੇ ਅੱਗੋਂ ਜਦੋਂ ਲੋਕਡਾਊਨ ਟੁੱਟੇਗਾ ਉਸ ਤੋਂ ਬਾਅਦ ਸਾਨੂੰ ਆਸ ਹੈ ਕਿ ਵੀ ਫਿਰ ਸਾਰਾ ਕੁਝ ਨਾਰਮਲ ਹੋ ਜਾਏਗਾ। ਇਸ ਵੇਲੇ ਬੜੀ ਕਠਿਨਾਈ ਦੇ ਵਿੱਚ ਆਸ਼ਰਮ ਚੱਲ ਰਿਹਾ ਹੈ। ਸੋ ਇੱਕ ਵਾਰ ਹੱਥ ਜੋੜ ਕੇ ਫਿਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਵੀ ਤੁਸੀਂ ਇਸ ਆਸ਼ਰਮ ਵਾਸਤੇ ਜ਼ਰੂਰ ਸੋਚੋ, ਤੇ ਜ਼ਰੂਰ ਕੁਛ ਨਾ ਕੁਛ ਆਪਣਾ ਦਸਵੰਧ ਜ਼ਰੂਰ ਭੇਜੋ ਜੀ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਤੇ ਅਸੀਂ ਆਸ ਕਰਾਂਗੇ ਕਿ ਜਿਵੇਂ ਇੱਥੋਂ ਦੀ ਕਮੇਟੀ ਸਮੁੱਚੀ ਨੇ, ਬਾਬਾ ਜੀ ਨੇ ਅਪੀਲ ਕੀਤੀ ਹੈ ਕਿ ਜਿਹੜੇ ਅਸੀਂ ਨਵੇਂ ਜਿਹੜੇ ਅਕਾਊਂਟ ਨੰਬਰ ਅਸੀਂ ਡਿਸਪਲੇ ਕੀਤੇ ਨੇ, ਉਹਦਾ ਤੇ ਤੁਸੀਂ ਖਾਤੇ ਦੇ ਉੱਤੇ ਤੁਸੀਂ ਆਪਣਾ ਦਸ਼ਵੰਧ ਭੇਜੋਗੇ, ਔਰ ਤੁਸੀਂ ਆਸ਼ਰਮ ਦੇ ਵਿੱਚ ਆ ਕੇ ਵੀ ਦਸ਼ਵੰਧ ਦਵੋਗੇ, ਜਾਂ ਤੁਸੀਂ ਇੱਥੋਂ ਦੇ ਸੇਵਾਦਾਰ ਨੂੰ ਫੋਨ ਕਰਕੇ ਬੁਲਾ ਕੇ ਬਾਬਾ ਜੀ ਹੋਣਾ ਦੇ ਨਾਲ, ਮਾਇਓ ਪੱਟੀ ਸਾਹਿਬ ਨੇ ਸਮੁੱਚੀ ਕਮੇਟੀ ਜਿਹੜੀ ਨਵੀਂ ਹੈਗੀ ਆ, ਇਹਨਾਂ ਨੂੰ ਬੁਲਾ ਕੇ ਤੁਸੀਂ ਦਸ਼ਵੰਧ ਆਪਣੀ ਜਾਂ ਸੇਵਾ ਆਸ਼ਰਮ ਦੇ ਵਿੱਚ ਦਿਓਗੇ, ਤਾਂ ਕਿ ਜਿਹੜੇ ਇੱਥੇ ਰਹਿ ਰਹੇ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਜਿਹੜਾ ਢਿੱਡ ਉਹ ਭਰਦਾ ਰਹੇ, ਉਹਨਾਂ ਦੀ ਸਿਹਤ ਜਿਹੜੀ ਆ ਉਹ ਤੰਦਰੁਸਤ ਰੱਖੀ ਜਾਵੇ, ਤੇ ਇਹ ਜਿਹੜਾ ਆਸ਼ਰਮ ਹੈ ਪਹਿਲਾਂ ਦੀ ਤਰ੍ਹਾਂ ਸੇਵਾ ਕਰਦਾ ਰਹੇ। ਇਹ ਮਨ ਸੁੰਦਰ ਆਪਣਾ, ਹਰ ਨਾਮ ਜੀਠੈ ਰੰਗਰੀ। ਇਹ ਮਨ ਸੁੰਦਰ ਆਪਣਾ, ਹਰ ਨਾਮ ਜੀਠੈ ਰੰਗਰੀ। ਤਿਆਗ ਸਿਆਣਪ ਚਾਤਰੀ, ਤੂੰ ਜਾਣ ਗੋਪਾਲ ਸੰਗਰੀ। ਤਿਆਗ ਸਿਆਣਪ ਚਾਤਰੀ, ਤੂੰ ਜਾਣ ਗੋਪਾਲ ਸੰਗਰੀ। ਇਹ ਮਨ ਸੁੰਦਰ ਆਪਣਾ, ਹਰ ਨਾਮ ਜੀਠੈ ਰੰਗਰੀ। ਇਹ ਮਨ ਸੁੰਦਰ ਆਪਣਾ, ਹਰ ਨਾਮ ਜੀਠੈ ਰੰਗਰੀ। ਤਿਆਗ ਸਿਆਣਪ ਚਾਤਰੀ, ਤੂੰ ਜਾਣ ਗੋਪਾਲ ਸੰਗਰੀ। ਤਿਆਗ ਸਿਆਣਪ ਚਾਤਰੀ, ਤੂੰ ਜਾਣ ਗੋਪਾਲ ਸੰਗਰੀ। ਇਹ ਮਨ ਸੁੰਦਰ ਆਪਣਾ, ਹਰ ਨਾਮ ਜੀਠੈ ਰੰਗਰੀ। ਇਹ ਮਨ ਸੁੰਦਰ ਆਪਣਾ, ਹਰ ਨਾਮ ਜੀਠੈ ਰੰਗਰੀ। ਸੰਤਾਂ ਕੀ ਹੋਏ ਦਾਸਰੀ, ਇਹ ਆਚਾਰਾ ਸਿੱਖਰੀ। ਸੰਤਾਂ ਕੀ ਹੋਏ ਦਾਸਰੀ, ਇਹ ਆਚਾਰਾ ਸਿੱਖਰੀ। ਸਗਲ ਗੁਣਾ ਗੁਣ ਊਤਮੋ, ਪਰ ਤਾ ਦੂਰ ਨਾ ਪਿਖਰੀ। ਸਗਲ ਗੁਣਾ ਗੁਣ ਊਤਮੋ, ਪਰ ਤਾ ਦੂਰ ਨਾ ਪਿਖਰੀ। ਇਹ ਮਨ ਸੁੰਦਰ ਆਪਣਾ, ਹਰ ਨਾਮ ਜੀਠੈ ਰੰਗਰੀ। ਇਹ ਮਨ ਸੁੰਦਰ ਆਪਣਾ, ਹਰ ਨਾਮ ਜੀਠੈ
मन सुंदर अपना हर नाम जीठे रंगरी परता कहे सो मानिए ए शिगार बनाए री परता कहे सो मानिए ए शिगार बनाए री दूजा पाओ विसारिए ए तंबोला खाए दूजा पाओ विसारिए ए तंबोला खाए एह मन सुंदर अपना हर नाम जीठे रंगरी ए मन सुंदर अपना हर नाम जीठे रंगरी त्याग से आणप चातरी तू जान गोपाल संगरी त्याग से आणप चातरी तू जान गोपाल संगरी ए मन सुंदर अपना हर नाम जीठे रंगरी ए मन सुंदर अपना हर नाम जीठे रंगरी गुर का शब्द कार दीप को ए सत की सेज बिछाए री गुर का शब्द कार दीप को ए सत की सेज बिछाए री आठ पहर कर जोड़ रहो तो पेट हर राय री आठ पहर कर जोड़ रहो तो पेट हर राय री ए मन सुंदर अपना हर नाम जीठे रंगरी ए मन सुंदर अपना हर नाम जीठे रंगरी त्याग से आणप चातरी तू जान गोपाल संगरी त्याग से आणप चातरी तू जान गोपाल संगरी एह मन सुंदर अपना हर नाम जीठे रंगरी एह मन सुंदर अपना हर नाम जीठे रंगरी
ਤਿਸ ਹੀ ਚੱਜ ਸ਼ਿੰਗਾਰ ਸਭ ਸਾਈ ਰੂਪ ਅਪਾਰੀ ਤਿਸ ਹੀ ਚੱਜ ਸ਼ਿੰਗਾਰ ਸਭ ਸਾਈ ਰੂਪ ਅਪਾਰੀ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰ ਤਾਰੜੀ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰ ਤਾਰੜੀ ਇਹ ਮਨ ਸੁੰਦਰ ਆਪਣਾ ਹਰ ਨਾਮ ਜੀਠੈ ਰੰਗਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਜੀਠੈ ਰੰਗਰੀ त्याग से आणप चातरी तू जान गोपाल संगरी त्याग से आणप चातरी तू जान गोपाल संगरी ਇਹ ਮਨ ਸੁੰਦਰ ਆਪਣਾ ਹਰ ਨਾਮ ਜੀਠੈ ਰੰਗਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਜੀਠੈ ਰੰਗਰੀ 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 ਮਾਂ ਦੀ ਦੁਆ ਕਦੇ ਖਾਲੀ ਨਹੀਂ ਜਾਂਦੀ, ਵੱਧ ਦੁਆ ਵੀ ਕਦੀ ਟਾਲੀ ਨਹੀਂ ਜਾਂਦੀ। ਭਾਂਡੇ ਮਾਂਜ ਕੇ ਮਾਂ 4-5 ਬੱਚੇ ਪਾਲ ਲੈਂਦੀ ਹੈ, ਪਰ 4-5 ਬੱਚਿਆਂ ਤੋਂ ਇੱਕ ਮਾਂ ਸੰਭਾਲੀ ਨਹੀਂ ਜਾਂਦੀ। ਇਸ ਵੇਲੇ ਸਾਡੀ ਸਮੁੱਚੀ ਟੀਮ ਹੈ ਗੁਰੂ ਨਾਨਕ ਬਿਰਧ ਅਨਾਥ ਅਪਾਹਜ ਨੇਤਰਹੀਣ ਆਸ਼ਰਮ ਸਾਨੀ। ਅਸੀਂ ਉਹਨਾਂ ਮਾਵਾਂ ਨੂੰ ਮਿਲ ਰਹੇ ਹਾਂ ਜਿਹੜੇ ਬਜ਼ੁਰਗ ਇਸ ਆਸ਼ਰਮ ਦੇ ਵਿੱਚ ਇਸ ਵੇਲੇ ਇੱਕ ਬਹੁਤ ਵੱਡੇ ਪਰਿਵਾਰ ਦੇ ਵਿੱਚ ਇਕੱਠੇ ਆਪਣਾ ਗੁਜ਼ਰ ਬਸਰ ਕਰਦੇ ਨੇ, ਜਿਨ੍ਹਾਂ ਦੀਆਂ ਸੇਵਾਵਾਂ ਵੱਖ-ਵੱਖ ਸੇਵਾਦਾਰ ਕਰਦੇ ਨੇ। ਆਓ ਪੁੱਛਦੇ ਹਾਂ ਕਿ ਇਹਨਾਂ ਦਾ ਇੱਥੇ ਜਿਹੜਾ ਆਉਣ ਦਾ ਸਬੱਬ ਉਹ ਕਿਉਂ ਬਣਿਆ, ਕੀ ਕਾਰਨ ਬਣਿਆ ਜਿਹੜਾ ਇਹਨਾਂ ਨੂੰ ਆਸ਼ਰਮ ਦੇ ਵਿੱਚ ਆਉਣਾ ਪਿਆ। ਮਾਤਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਠੀਕ ਠਾਕ ਹੋ ਤੁਸੀਂ ਸਾਰੇ ਇੱਥੇ? ਠੀਕ ਹੈ ਜੀ। ਮਾਤਾ ਜੀ, ਤੁਸੀਂ ਆਸ਼ਰਮ ਦੇ ਵਿੱਚ ਪਹਿਲਾਂ ਤਾਂ ਦੱਸੋ, ਤੁਸੀਂ ਅੱਖਾਂ ਕਾਹਤੇ ਭਰ ਲਈਆਂ, ਕੀ ਗੱਲ ਹੋ ਗਈ? ਬਸ ਇਸ ਤਰ੍ਹਾਂ ਹੀ ਆ। ਕੀ ਹੋਇਆ? ਕੁਛ ਨਹੀਂ ਦੱਸ ਸਕਦੀ, ਬਸ ਮੇਰਾ ਹਿਰਦਾ ਬਹੁਤ ਦੁਖੀ ਹੈ।
ਅੱਖਾਂ ਕਾਤੇ ਭਰ ਲਈਆਂ, ਕੀ ਗੱਲ ਹੋਈ? ਤੁਹਾਡੇ ਵੱਲ ਦੇਖ ਕੇ ਤਾਂ ਫਿਰ ਉਹ ਸਾਡੀਆਂ ਵੀ ਅੱਖਾਂ ਭਰ ਜਾਂਦੀਆਂ, ਸੇਵਾਦਾਰਾਂ ਦੀਆਂ ਵੀ ਅੱਖਾਂ ਭਰ ਜਾਂਦੀਆਂ ਤੇ ਦੇਖਣ ਵਾਲਿਆਂ ਦੀਆਂ ਵੀ ਅੱਖਾਂ ਭਰ ਜਾਂਦੀਆਂ, ਤੁਹਾਨੂੰ ਦੇਖਣ ਵਾਲੇ। ਜਿਗਰਾ ਵੱਡਾ ਰੱਖਦੇ ਵੀ ਨਾ ਹੀ ਨਾ ਮੈਂ ਇਸ ਤਰ੍ਹਾਂ ਦਾ ਨਾ ਕਰਾਂ ਕੁਛ ਵੀ, ਪਰ ਫਿਰ ਵੀ ਨਹੀਂ ਮੇਰੇ ਕੋਲ ਰਿਹਾ ਜਾਂਦਾ। ਕਿਹੜਾ ਪਿੰਡ ਬੀਬੀ ਦਾ? ਮੇਰੇ ਪੇਕੇ ਨਸ਼ਹਿਰਾ ਪਨੂਆ ਲੱਗੇ ਆ। ਸਹੁਰਿਆਂ ਦਾ ਕੋਈ ਨਹੀਂ ਹੈਗਾ, ਸਹੁਰੇ ਸਾਰੇ ਮਰ ਮੁੱਕ ਗਏ ਨੇ, ਉਹ ਵੀ ਨਹੀਂ ਹੁਣ ਰੱਖਦੇ। ਕਹਾਣੀ ਬਹੁਤ ਮਤਲਬ ਪੁੱਛੋ ਹੀ ਨਾ, ਚੰਗੀ ਗੱਲ ਹੈ। ਇਹ ਬੀਬੀ ਅਸੀਂ ਤੁਹਾਡੀ ਜਿਹੜੇ ਦੁੱਖ ਦੀ ਰਗ ਹੈ ਉਹਨੂੰ ਜਾਣਨਾ ਤਾਂ ਨਹੀਂ ਚਾਹੁੰਦੇ, ਪਰ ਕਈ ਵਾਰ ਇਹ ਹੁੰਦਾ ਵੀ ਦੁੱਖ ਜਿਹੜਾ ਆ ਜਦੋਂ ਸਾਂਝਾ ਅਸੀਂ ਕਰਦੇ ਹਾਂ ਤਾਂ ਦੁੱਖ ਵੰਡਿਆ ਜਾਂਦਾ, ਅੰਦਰਲਾ ਜਿਹੜਾ ਸਾਡਾ ਮਨ 'ਚ ਜਿਹੜੀ ਗੱਲ ਹੁੰਦੀ ਆ, ਜਿਹੜਾ ਬੋਝ ਹੁੰਦਾ ਉਹ ਹਲਕਾ ਹੋ ਜਾਂਦਾ ਗੱਲ ਸਾਂਝੀ ਕੀਤਿਆਂ। ਤੇ ਤਦ ਅਸੀਂ ਚਾਹੁੰਦੇ ਸੀ ਵੀ ਆਪਾਂ ਮੜ ਜਾ। ਤੁਸੀਂ ਸਿਆਣੇ ਬੇਟਾ, ਬਹੁਤ ਸਿਆਣੇ ਤੁਸੀਂ। ਬੇਟੀ ਉੱਥੇ ਕੈਨੇਡਾ ਆ, ਸਰੀ ਵਿੱਚ ਆ। ਕੌਣ? ਬੇਟੀ ਬੇਟੀ ਕੈਨੇਡਾ ਦੇ ਵਿੱਚ ਹੈ? ਹਾਂਜੀ, ਸਰੀ ਚ ਆ। ਸਰੀ ਹੈ, ਹਾਂ, ਠੀਕ ਹੈ। ਹਾਂ। ਤੇ ਬੇਟੇ ਕੀ ਕਰਦੇ ਨੇ ਤੁਹਾਡੇ? ਜਰਮਨ ਚ ਆ, ਉੱਥੇ ਟੈਕਸੀ ਚਲਾਉਂਦਾ ਕਿਸੇ ਦੀ। ਠੀਕ ਹੈ ਜੀ। ਹਾਂ, ਇੱਕ ਬੇਟਾ ਇੱਥੇ ਹੋਇਆ ਨਾ ਹੋਇਆ ਬਰਾਬਰ, ਬਿਮਾਰ ਹੀ ਰਹਿੰਦਾ। ਇਹਨਾਂ ਨੇ ਬਥੇਰਾ ਇਲਾਜ ਕੀਤਾ ਸੀਗਾ, ਦਵਾਈਆਂ ਕੋਲੋਂ ਦਿੱਤੀਆਂ ਲਿਆ ਕੇ, ਬਸ ਆ ਕਿਸਮਤ ਉੱਥੇ ਦੀ, ਕੀ ਕਹਿ ਸਕਦੇ ਹਾਂ। ਬਜ਼ੁਰਗ ਬਜ਼ੁਰਗ ਹੈ ਨਹੀਂ ਕੋਈ ਵੀ, ਬਸ ਕਰਕੇ ਚੜਾਈ ਕਦੇ ਦੀ। ਬਜ਼ੁਰਗ ਚੜ੍ਹਾਈ ਕਰ ਗਏ ਹੈ। ਕਾਫੀ ਦੇਰ ਹੋ ਗਈ ਆ, 20 ਸਾਲ ਹੋ ਗਏ ਆ। ਜਦੋਂ ਆਪਣਾ ਜੀਵਨ ਸਾਥੀ ਜਦੋਂ ਸਾਥ ਛੱਡ ਜਾਂਦਾ ਹੈ, ਕੁਦਰਤ ਦਾ ਅਸੂਲ ਵੀ ਹੈ, ਤੇ ਉਦੋਂ ਬਾਅਦ ਦੇ ਵਿੱਚ ਬੜੀਆਂ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪੈਂਦਾ। ਆਸਰਾ ਹੁੰਦਾ ਇੱਕ ਦੂਜੇ ਨਾਲ ਦੁੱਖ ਸਾਂਝਾ ਕਰਨ ਦੇ ਵਾਸਤੇ ਜਿਹੜਾ ਜੀਵਨ ਸਾਥੀ ਹੁੰਦਾ। ਕਿਹਦੇ ਨਾਲ ਦੁੱਖ ਸਾਂਝਾ ਕਰਨਾ, ਕੋਈ ਹੈ ਹੀ ਨਹੀਂ, ਕੋਈ ਹੈ ਹੀ ਨਹੀਂ। ਤੇ ਤੁਹਾਡੇ ਜਿਹੜੇ ਬੇਟੇ ਨੇ, ਤੁਸੀਂ ਦੱਸਿਆ ਵੀ ਇੱਕ ਜਰਮਨ 'ਚ ਹੈ, ਇੱਕ ਇੱਥੇ ਹੈ, ਉਹ ਨਹੀਂ ਤੁਹਾਡਾ ਆਸਰਾ ਬਣਦੇ? ਕਹਿੰਦੇ ਨੇ ਕਿ ਸਾਡੇ ਕੋਲ ਰਹੋ, ਵੀ ਇੱਥੇ ਲੰਗਰ ਪਾਣੀ ਛਕੋ, ਆਪਣੇ ਪੋਤੀ ਪੋਤਿਆਂ ਦੇ ਕੋਲ ਰਹੋ? ਉੱਥੇ ਜਾਣਾ ਮੁਸ਼ਕਿਲ ਆ, ਹਾਂ, ਔਖਾ ਹੀ ਆ ਉੱਥੇ। ਕਿਉਂ, ਕੀ ਗੱਲ ਹੋਈ? ਰੱਖਦੇ ਨਹੀਂ, ਰੋਟੀ ਨਹੀਂ ਦਿੰਦੇ ਤੁਹਾਨੂੰ? ਨਹੀਂ, ਰੋਟੀ ਤਾਂ ਦਿੰਦੇ ਆ, ਪਰ ਮੇਰਾ ਮਨ ਨਹੀਂ ਲੱਗਦਾ ਉੱਥੇ, ਮੇਰਾ ਜੀਅ ਨਹੀਂ ਕਰਦਾ ਰਹਿਣ ਨੂੰ ਉੱਥੇ। ਰੋਟੀ ਤਾਂ ਦਿੰਦੇ ਆ, ਐਡੀ ਗੱਲ ਨਹੀਂ ਰੋਟੀ ਨਾ ਦਿੰਦੇ ਹੋਣ। ਪਰ ਇਹ ਵੀ ਹੈ ਵੀ ਇੱਥੇ ਦੇਖਣ ਵਾਲੀ ਗੱਲ ਹੈ ਕਿ ਪੁੱਤ ਜਿੰਨੇ ਵੀ ਮਰਜ਼ੀ ਮਾੜਾ ਹੋਵੇ, ਮਾਂ ਕਦੀ ਨਹੀਂ ਕਹਿੰਦੀ ਕਿ ਪੁੱਤ ਮੇਰਾ ਮਾੜਾ ਹੈ। ਇੱਥੇ ਮੇਰੇ ਨਾਲ ਗੱਲ ਸਾਂਝੀ ਕਰਦਿਆਂ ਤੇ ਵੀ ਉਹ ਕਹਿ ਰਹੇ ਨੇ ਕਿ ਠੀਕ ਹੈ ਰੋਟੀ ਦਿੰਦੇ, ਪਰ ਮੇਰਾ ਹੀ ਮਨ ਨਹੀਂ ਲੱਗਦਾ। ਮਾਂ ਹਮੇਸ਼ਾ ਹੀ ਆਪਣਾ ਕਸੂਰ ਕੱਢਦੀ ਹੈ। ਤੇ ਜਿਹੜੇ ਤੁਹਾਡੇ ਬੱਚੇ ਨੇ ਤੁਹਾਨੂੰ ਇੱਥੋਂ ਲੈਣ ਆਉਂਦੇ ਨਹੀਂ ਹੈਗੇ? ਨਹੀਂ, ਨਹੀਂ ਆਉਂਦੇ। ਟੈਲੀਫੋਨ ਆਉਂਦਾ ਉਹਨਾਂ ਦਾ ਤੁਹਾਨੂੰ? ਹੁਣ ਆਉਂਦਾ, ਕਦੀ ਕਦੀ ਆਉਂਦਾ ਆ। ਕਿੰਨੇ ਕੁ ਚਿਰ ਬਾਅਦ ਆ ਜਾਂਦਾ? ਕਈ ਵਾਰੀ ਤਾਂ ਮਹੀਨਾ ਨਿਕਲ ਜਾਂਦਾ, ਕਈ ਵਾਰੀ 15 ਦਿਨ ਨਿਕਲ ਜਾਂਦੇ ਨੇ। ਜਦੋਂ ਫੋਨ ਆਉਂਦਾ ਆ ਉਦੋਂ ਕਹਿੰਦੇ ਨਹੀਂ ਤੁਹਾਡੇ ਪੋਤੀਆਂ ਪੋਤੇ ਵੀ ਦਾਦੀ ਸਾਡੇ ਕੋਲ ਆ ਜਾ, ਸਾਡਾ ਦਿਲ ਨਹੀਂ ਲੱਗਦਾ? ਉਹ ਉਧਰ ਦੇ ਜੰਪਾਲ ਨੇ, ਤੁਹਾਨੂੰ ਕੀ ਦੱਸਾਂ ਹੁਣ, ਚੁੱਪ ਪਲੀ ਆ, ਕੁਛ ਨਹੀਂ ਕਹਿੰਦੇ। ਚਲੋ ਖੈਰ, ਇਕੱਲੇ ਖੁਸ਼ ਰਹਿੰਦੇ ਨੇ। ਇਕੱਲੇ ਖੁਸ਼ ਰਹਿੰਦੇ ਨੇ। ਤੇ ਬੀਬੀ ਇੱਥੇ ਤੁਹਾਡਾ ਕਿੱਦਾਂ ਦਿਲ ਲੱਗਾ ਆ? ਦਿਲ ਲੱਗਾ ਜੀ, ਬਹੁਤ ਸੋਹਣਾ ਦਿਲ ਲੱਗਾ। ਇਹਨਾਂ ਦਾ ਬੜਾ ਆਸਰਾ ਸਹਾਰਾ ਆ, ਬੀਬੀ ਜੀ ਦਾ, ਭੈਣ ਜੀ ਦਾ। ਹੋਰ ਪਾਸੇ ਮੈਨੇਜਰ ਵੀ ਠੀਕ ਨੇ, ਪ੍ਰਧਾਨ ਜੀ ਵੀ ਠੀਕ ਨੇ, ਸਾਰੇ ਠੀਕ ਨੇ। ਇੱਥੇ ਕੋਈ ਮੁਸ਼ਕਲ ਤਾਂ ਨਹੀਂ ਹੈ? ਸਮੇਂ ਤੇ ਲੰਗਰ, ਦਵਾ ਦਾਰੂ, ਕੱਪੜਾ, ਸਾਰਾ ਕੁਝ? ਕੁਛ ਨਹੀਂ, ਕੋਈ ਮੁਸ਼ਕਲ ਨਹੀਂ, ਸਭ ਕੁਝ ਚੰਗਾ ਹੀ ਹੈ, ਬਹੁਤ ਚੰਗਾ ਹੈ, ਬਹੁਤ ਹੱਦ ਤੋਂ ਵੱਧ ਚੰਗਾ ਆ। ਹਾਂਜੀ ਬੀਬੀ, ਇਹ ਜਿਹੜੇ ਆਸ਼ਰਮ ਨੇ ਇਹ ਲੋਕਾਂ ਦੇ ਵਾਸਤੇ ਹੀ ਹੈ ਤੇ ਲੋਕਾਂ ਦੇ ਆਸਰੇ ਦੇ ਨਾਲ ਹੀ ਚੱਲਦੇ ਨੇ। ਅੱਜ ਤੁਸੀਂ ਜਿਨ੍ਹਾਂ ਦੇ ਆਸਰੇ ਦੇ ਨਾਲ ਲੰਗਰ ਚੱਲਦੇ ਨੇ, ਦਵਾਈਆਂ ਚੱਲਦੀਆਂ ਨੇ, ਇਮਾਰਤ ਬਣ ਰਹੀ ਹੈਗੀ ਆ, ਤੇ ਉਹਨਾਂ ਦਾਨੀ ਸੱਜਣਾ ਨੂੰ ਕੀ ਅਸੀਸਾਂ ਦੇਣੀਆਂ ਚਾਹੁੰਦੇ ਹੋ ਤੁਸੀਂ ਵੀ ਜਿਹੜੇ ਸਾਡੇ ਜੰਮੇ ਪੁੱਤ ਹੈ ਉਹ ਕੰਮ ਨਹੀਂ ਆ ਰਹੇ, ਤੇ ਜਿਹੜੇ ਆਸ਼ਰਮ ਚਲਾਉਣ ਵਾਲੇ ਜਿਹੜੇ ਸਾਡੇ ਲਾਡਲੇ ਪੁੱਤ ਨੇ ਇਹ ਅੱਜ ਆਸਰਾ ਬਣ ਕੇ? ਬਹੁਤ ਚੰਗੇ ਨੇ, ਬਹੁਤ ਚੰਗੇ ਨੇ, ਜਿਹੜਾ ਸਭ ਕੁਝ ਖਾਣ ਨੂੰ ਦਿੰਦੇ ਆ, ਬੈਠਿਆਂ ਨੂੰ ਦਵਾਈਆਂ ਦਿੰਦੇ ਨੇ, ਉਹਨਾਂ ਦਾ ਤੇ ਬਹੁਤ ਚੰਗੇ, ਕਿਹਾ ਨਹੀਂ ਜਾ ਸਕਦਾ, ਇੰਨੇ ਚੰਗੇ ਨੇ। ਇਹਨਾਂ ਨੂੰ ਕੀ ਅਸੀਸਾਂ ਦੇਣੀਆਂ ਚਾਹੁੰਦੇ ਹੋ ਜਿਹੜੇ ਇੱਥੇ ਦਾਨ ਵੀ ਦੇ ਕੇ ਜਾਂਦੇ ਨੇ? ਅਸੀਂ ਆਨੇ ਵੀ ਉਹਨਾਂ ਨੂੰ ਖੁਸ਼ੀਆਂ ਦੇ, ਪਰਮਾਤਮਾ ਤੰਦਰੁਸਤ ਰਹਿਣ,
ਕਮਾਈਆਂ 'ਚ ਵਾਧਾ ਪਾਏ ਵਾਹਿਗੁਰੂ, ਬਰਕਤਾਂ ਪਾਵੇ। ਬਹੁਤ ਅੱਛੇ ਆ। ਆਓ ਮਿਲਦੇ ਹਾਂ ਇਹ ਹੋਰ ਮਾਤਾ ਨੂੰ। ਇਸ ਆਸ਼ਰਮ ਦੇ ਵਿੱਚ ਜਿਹੜੇ ਮੁੱਖ ਸੇਵਾ ਦਾ ਰੋਲ ਅਦਾ ਕਰ ਰਹੇ ਨੇ, ਇਹ ਮਿਲਦੇ ਹਾਂ ਇਹ ਬਜ਼ੁਰਗਾਂ ਦੇ ਨਾਲ। ਆਪਣੇ ਘਰ ਨਹੀਂ ਦਿਲ ਲੱਗਦਾ ਜਦੋਂ ਕੋਈ ਆਸ਼ਰਮ ਦੇ ਵਿੱਚ ਸੇਵਾ ਕਰਨ ਦੇ ਵਾਸਤੇ ਆ ਜਾਂਦਾ ਹੈ। ਇੱਕ ਵਾਰੀ ਆਸ਼ਰਮ ਦੇ ਵਿੱਚ ਆ ਕੇ ਦੇਖੋ, ਤੁਹਾਡਾ ਮਨ ਇੱਥੋਂ ਜਾਣ ਨੂੰ ਨਹੀਂ ਕਰੇਗਾ। ਜੇ ਚਲੇ ਗਏ ਤਾਂ ਬਾਰ-ਬਾਰ ਇੱਥੇ ਆਉਣ ਨੂੰ ਮਨ ਕਰੇਗਾ। ਇੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜਿੱਥੇ ਅਸੀਂ ਆਪਣੇ ਘਰਾਂ ਦੇ ਵਿੱਚ, ਸਮਾਜ ਦੇ ਵਿੱਚ ਅਸੀਂ ਉਹਨਾਂ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦੇ ਹਾਂ, ਅਤੇ ਸਾਨੂੰ ਇੱਥੇ ਆ ਕੇ ਅਹਿਸਾਸ ਹੋ ਜਾਏਗਾ ਕਿ ਉਹ ਪੱਥਰ ਦੀਆਂ ਮੂਰਤੀਆਂ ਨੂੰ ਭੋਗ ਲਵਾਉਣਾ, ਉਹਨਾਂ ਨੂੰ ਨਲਾਉਣਾ, ਉਹਨਾਂ ਦੇ ਕੱਪੜੇ, ਤੁਹਾਨੂੰ ਲੱਗੇਗਾ ਕਿ ਉਹ ਅਸੀਂ ਗਲਤ ਰਸਤੇ 'ਤੇ ਪੈ ਗਏ ਹਾਂ। ਅਤੇ ਇੱਥੇ ਆ ਕੇ ਤੁਹਾਨੂੰ ਇੱਕ ਨਵੀਂ ਦਿਸ਼ਾ ਵੀ ਮਿਲੇਗੀ, ਇੱਕ ਨਵਾਂ ਰਸਤਾ ਵੀ ਮਿਲੇਗਾ। ਇਹ ਜਿਹੜੀਆਂ ਪੱਥਰ ਦੀਆਂ ਮੂਰਤੀਆਂ ਇਹ ਚਾਹੁੰਦੀਆਂ ਨੇ ਕੋਈ ਸਾਨੂੰ ਆ ਕੇ ਸੀਨੇ ਲਾਵੇ, ਸਾਨੂੰ ਆ ਕੇ ਗਲੇ ਲਾਵੇ, ਸਾਨੂੰ ਆ ਕੇ ਮਿਲੇ, ਸਾਡੇ ਨਾਲ ਕੋਈ ਹੱਸੇ, ਕੋਈ ਖੇਡੇ, ਸਾਡੇ ਕੋਈ ਮੂੰਹ ਨੂੰ ਲਿਆ ਕੇ ਕੋਈ ਖਾਣ ਵਾਲੀ ਚੀਜ਼ ਲਾ ਦੇਵੇ, ਕੋਈ ਟੌਫੀ ਲਿਆ ਕੇ ਖਿਲਾ ਦੇਵੇ। ਇਹਨਾਂ ਦਾ ਮਨ ਕਰਦਾ ਕਿ ਪੋਤੀ ਪੋਤਾ ਸਾਡੇ ਬੱਚੇ ਬਣ ਕੇ ਸਾਡੇ ਕੋਲ ਆਵੇ, ਸਾਡੇ ਮੰਜੇ 'ਤੇ ਆ ਕੇ ਲਿਟੇ, ਸਾਡੇ ਨਾਲ ਲੱਤਾਂ ਕਰੇ, ਸਾਡੇ ਨਾਲ ਖੇਡੇ। ਪਰ ਸਮਾਂ ਹੈ, ਜੇ ਸੱਚੀ ਮੁੱਚੀ ਤੁਸੀਂ ਵੀ ਉਹਨਾਂ ਪੱਥਰ ਦੀਆਂ ਮੂਰਤੀਆਂ ਨੂੰ ਅਜੇ ਤੱਕ ਪੂਜੀ ਜਾਂਦੇ ਹੋ, ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ, ਇੱਕ ਵਾਰੀ ਜ਼ਰੂਰ ਆਓ ਗੁਰੂ ਨਾਨਕ ਬਿਰਧ ਆਸ਼ਰਮ ਸਾਨੀ ਦੇ ਵਿੱਚ, ਅਤੇ ਤੁਹਾਨੂੰ ਅਹਿਸਾਸ ਹੋ ਜਾਏਗਾ, ਤੁਹਾਡੀ ਜ਼ਿੰਦਗੀ ਬਦਲ ਜਾਏਗੀ। ਅਤੇ ਇਹ ਅਹਿਸਾਸ ਦਾ ਆਨੰਦ ਜਿਹੜਾ ਲੈ ਰਹੇ ਨੇ ਇਹ ਸਾਡੇ ਬੀਜੀ ਕਸ਼ਮੀਰ ਕੌਰ ਜੀ, ਇਹ ਸੇਵਾ ਕਰਦੇ ਨੇ ਔਰ ਬਹੁਤ ਵੱਡੀ ਇਹਨਾਂ ਦੀ ਜ਼ਿੰਮੇਵਾਰੀ ਆ। ਤੁਹਾਨੂੰ ਕਿੱਦਾਂ ਲੱਗਦਾ ਜਦੋਂ ਇੱਥੇ ਤੁਸੀਂ ਇਹਨਾਂ ਮਾਤਾ ਦੇ ਕੋਲ ਆਉਂਦੇ ਆ, ਇਹ ਬਜ਼ੁਰਗਾਂ ਦੇ ਕੋਲ ਆਉਂਦੇ ਆ, ਇਹਨਾਂ ਨੂੰ ਜਦੋਂ ਗੱਲ ਲਾਉਂਦੇ, ਕਿੱਦਾਂ ਮਹਿਸੂਸ ਹੁੰਦਾ ਤੁਹਾਨੂੰ? ਸਾਨੂੰ ਬਹੁਤ ਮਹਿਸੂਸ ਹੁੰਦਾ। ਸਾਡੀ ਮੰਮੀ ਹੈ ਨਹੀਂ, ਕਿ ਜਿੱਦਾਂ ਮੇਰੀ ਮੰਮੀ ਵੀ ਹੈ ਨਹੀਂ, ਸੱਸ ਵੀ ਹੈ ਨਹੀਂ, ਮੇਰੀਆਂ ਮੰਮੀਆਂ ਹੀ ਇਹੀ ਸਾਰਾ ਕੁਛ। ਹਰ ਇਨਸਾਨ ਦਾ ਕੋਈ ਨਾ ਕੋਈ ਜੀਅ ਵਿਛੜਿਆ ਹੁੰਦਾ, ਅਤੇ ਜਦੋਂ ਇੱਥੇ ਆਸ਼ਰਮ ਦੇ ਵਿੱਚ ਅਸੀਂ ਆਉਂਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਕਿ ਸਾਡਾ ਉਹ ਵਿਛੜੇ ਹੋਏ ਜੀਅ ਨੇ। ਇਹ ਜਿੱਦਾਂ ਬੀਜੀ ਕਸ਼ਮੀਰ ਕੌਰ ਜੀ ਨੇ ਕਿਹਾ ਕਿ ਸਾਡੀ ਮਾਤਾ ਵਿਛੜ ਗਈ ਸੀ ਸਾਡੇ ਕੋਲੋਂ, ਇਹ ਅਹਿਸਾਸ ਕਰਦੇ ਨੇ ਔਰ ਗਲੇ ਲੱਗ ਕੇ ਅੱਖਾਂ ਪੂੰਝਦੇ ਨੇ ਕਿ ਇਹ ਸਾਡੇ ਬੀਜੀ ਨੇ, ਸਾਡੀਆਂ ਭੈਣਾਂ ਨੇ, ਸਾਡੀਆਂ ਦਰਾਣੀਆਂ, ਸਾਡੀਆਂ ਜਠਾਣੀਆਂ ਨੇ। ਮਹਿਸੂਸ ਕਰ ਰਹੇ ਤੁਸੀਂ ਵੀ ਇੱਕ ਵਾਰੀ ਆਸ਼ਰਮ ਦੇ ਵਿੱਚ ਆ ਕੇ ਇਹਨਾਂ ਦੇ ਗਲੇ ਲੱਗ ਕੇ ਇੱਕ ਵਾਰੀ ਦੇਖੋ, ਤੁਹਾਨੂੰ ਅਹਿਸਾਸ ਹੋਵੇਗਾ, ਜੰਨਤ ਤੁਹਾਨੂੰ ਦਿਖਾਈ ਦਿਸੇਗੀ, ਜੰਨਤ ਦਾ ਅਹਿਸਾਸ ਹੋਏਗਾ। ਅਤੇ ਇੱਦਾਂ ਨਹੀਂ ਤੁਸੀਂ ਕਰਨਾ। ਅਸੀਂ ਤਾਂ ਚਾਹੁੰਦੇ ਸੀ ਤੁਹਾਡੇ ਨਾਲ ਹੱਸਣ ਖੇਡਣ ਆਏ ਸੀਗੇ, ਪਰ ਤੁਸੀਂ ਤਾਂ ਸਾਨੂੰ ਵੀ ਹੋਰ ਤਰ੍ਹਾਂ, ਸਾਡੀਆਂ ਵੀ ਜਿਹੜੀਆਂ ਪਹਿਲਾਂ ਜ਼ਿੰਦਗੀ ਦੇ ਵਿੱਚ ਹੁਣ ਤੱਕ ਸਾਡੇ ਗਲਤ ਰਸਤੇ ਸੀ, ਉਹ ਵੀ ਸਾਨੂੰ ਮੋੜ ਕੇ ਲਿਆ ਕੇ ਸਹੀ ਟਿਕਾਣੇ 'ਤੇ ਲਾਤਾ। ਆਸ ਕਰਦਾ ਕਿ ਜਿੰਨੇ ਟੈਲੀਵਿਜ਼ਨ ਦੇਖ ਰਹੇ ਨੇ, ਆਪਣੇ ਤੁਸੀਂ YouTube 'ਤੇ ਪ੍ਰੋਗਰਾਮ ਅੱਜ ਦੇਖ ਰਹੇ ਹੋ, ਤੁਹਾਡੀ ਜ਼ਿੰਦਗੀ ਦਾ ਰਸਤਾ ਵੀ ਬਦਲੇਗਾ। ਆਓ ਸੱਚੀ ਮੁੱਚੀ ਆਪਾਂ ਦਾਨ ਦੀ ਦਿਸ਼ਾ ਵੀ ਬਦਲੀਏ। ਦਾਨ, ਜਿਵੇਂ ਬਾਬੇ ਨਾਨਕ ਨੇ ਵੀ ਕਿਹਾ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਸੱਚੀ ਉਹਨਾਂ ਮੂੰਹਾਂ ਦੇ ਵਿੱਚ ਪਾਈਏ, ਸੱਚੀ ਜਿਹੜੇ ਲੋੜਵੰਦ ਨੇ। ਅਤੇ ਤੁਸੀਂ ਤਾਂ ਭਾਵੁਕ ਹੋ ਗਏ ਸੀ, ਮੈਂ ਤਾਂ ਇਹ ਨਹੀਂ ਪੁੱਛਿਆ ਸੀ, ਮੈਂ ਤਾਂ ਇਹ ਪੁੱਛਿਆ ਸੀਗਾ ਵੀ ਤੁਸੀਂ ਇੱਥੇ ਜਦੋਂ ਇਹਨਾਂ ਦੇ ਆ ਕੇ ਗਲੇ ਲੱਗਦੇ ਆ ਅਤੇ ਕਿੰਨੀ ਕੁ ਖੁਸ਼ੀ ਮਹਿਸੂਸ ਕਰਦੇ? ਹਾਂਜੀ, ਸਾਨੂੰ ਬਹੁਤ ਚੰਗਾ ਲੱਗਦਾ ਕਿ ਜੇ ਘਰ ਵੀ ਜੀ ਨਹੀਂ ਲੱਗਦਾ, ਜਿੱਦਾਂ ਕਈ ਦਾ ਜਲਦੀ ਆਪਾਂ ਆਸ਼ਰਮ 'ਚ ਚੱਲ ਜਾਈਏ, ਰੋਜ਼ ਹੀ ਆਉਂਦੇ ਹਾਂ ਅਸੀਂ ਤਾਂ, ਜਿੱਦਾਂ ਹਾਂਜੀ ਜੀ ਕਰਦਾ ਆਉਣੇ ਨੂੰ, ਬੜਾ ਸਾਡਾ ਮਨ ਖੁਸ਼ ਹੁੰਦਾ ਇਹਨਾਂ ਨੂੰ ਵੇਖ ਕੇ। ਠੀਕ ਹੈ, ਠੀਕ ਹੈ। ਚਲੋ ਸਾਡੀਆਂ ਮਾਵਾਂ ਆ, ਦੇਖਣਾ ਚਾਹੀਦਾ ਆ। ਦੁੱਖ ਸੁੱਖ ਪੁੱਛਦੇ ਨੇ ਸਾਰਾ ਹੀ, ਬਹੁਤ ਕੁਛ, ਬਹੁਤ ਆਸਰਾ ਸਾਰਾ ਇਹਨਾਂ ਦਾ ਸਾਨੂੰ। ਹਾਂ, ਠੀਕ ਹੈ, ਗੁੱਡ। ਬਹੁਤ ਬਹੁਤ ਧੰਨਵਾਦ ਜੀ। ਫਿਰ ਵੀ ਅਸੀਂ ਤੁਹਾਨੂੰ ਮਿਲਣ ਆਵਾਂਗੇ। ਹੈ, ਅਸੀਂ ਆਸ ਕਰਦੇ ਹਾਂ ਵੀ ਇਲਾਕਾ ਸਾਰਾ ਹੀ ਸਾਨੀ ਦੇ, ਹੁਸ਼ਿਆਰਪੁਰ ਤੋਂ, ਫਗਵਾੜੇ ਦੇ ਪਰਲੇ ਪਾਸਿਓਂ, ਦੂਰ ਦੂਰ ਤੋਂ ਤੁਹਾਨੂੰ ਲੋਕ ਮਿਲਣ ਆਉਣ ਅਤੇ ਤੁਹਾਡਾ ਮਨ ਲੱਗੇ, ਉਹਨਾਂ ਨੂੰ ਵੀ ਇੱਕ ਚੰਗੀ ਦਿਸ਼ਾ ਮਿਲੇ, ਚੰਗਾ ਰਸਤਾ ਮਿਲੇ, ਦਾਨ ਕਰਨ ਦੀ ਦਿਸ਼ਾ ਅਲੱਗ ਹੋਵੇ, ਚੇਂਜ ਹੋਵੇ। ਜਿੱਥੇ ਬਹੁਤ ਸਾਰੇ ਲੋਕ ਦਸਵੰਧ ਤਾਂ ਕੱਢਦੇ ਨੇ, ਪਰ ਤਰੀਕਾ ਗਲਤ ਹੈ ਹਾਲੇ ਤੱਕ। ਅਸੀਂ ਚਾਹੁੰਦੇ ਹਾਂ ਕਿ ਉਹ ਸੱਚੀ ਜਿੱਥੇ ਲੋੜ ਹੈ ਉੱਥੇ ਉਹ ਦਾਨ ਜਿਹੜਾ ਪਹੁੰਚੇ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਫਿਰ ਵੀ ਮਿਲਣ ਆਵਾਂਗੇ ਜੀ ਤੁਹਾਨੂੰ। ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਇਸ ਆਸ਼ਰਮ ਦੇ ਵਿੱਚ ਹੋਰ ਬਹੁਤ ਸਾਰੇ ਬਜ਼ੁਰਗ ਰਹਿ ਰਹੇ ਨੇ। ਆਓ ਮਿਲਦੇ ਹਾਂ ਬਜ਼ੁਰਗਾਂ ਨੂੰ। ਤੁਹਾਡਾ ਵੀ ਦਿਲ ਕਰਦਾ ਹੋਣਾ ਕਿ ਹੋਰ ਬਜ਼ੁਰਗਾਂ ਨੂੰ ਮਿਲਿਆ ਜਾਵੇ, ਹੋਰ ਮਾਤਾਵਾਂ ਨੂੰ ਮਿਲਿਆ ਜਾਵੇ ਜਿਹੜੇ ਆਸ਼ਰਮ ਦੇ ਵਿੱਚ ਹਾਲੇ ਤੱਕ ਨਹੀਂ ਆਏ, ਅਤੇ ਤੁਹਾਡਾ ਦਿਲ ਵੀ ਕਰੇਗਾ ਕਿ ਆਸ਼ਰਮ ਦੇ ਵਿੱਚ ਜਾ ਕੇ ਦੇਖ ਕੇ ਆਈਏ, ਇਹਨਾਂ ਬਜ਼ੁਰਗਾਂ ਨੂੰ, ਮਾਤਾਵਾਂ ਨੂੰ ਮਿਲ ਕੇ ਆਈਏ। ਜਿਹੜੇ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਉਹ ਤਰਸਦੇ ਨੇ ਕੋਈ ਸਾਨੂੰ ਮਿਲਣ ਆਵੇ, ਸਾਡੇ ਲਈ ਕੋਈ ਖੇਡ ਲੈ ਕੇ ਆਵੇ, ਸਾਡੇ ਲਈ ਕੋਈ ਖਿਡੌਣਾ ਲੈ ਕੇ ਆਵੇ, ਸਾਡੇ ਲਈ ਕੋਈ ਚਾਕਲੇਟ ਲੈ ਕੇ ਆਵੇ। ਮੈਨੂੰ ਆਸ ਹੈ ਕਿ ਤੁਸੀਂ ਵੀ, ਤੁਹਾਡਾ ਦਿਲ ਕਰੇਗਾ ਕਿ ਅਸੀਂ ਵੀ ਉੱਥੇ ਜਾ ਕੇ ਮਿਲ ਕੇ ਆਈਏ। ਮੇਰੇ ਨਾਲ ਨੇ ਇਸ ਵੇਲੇ ਬਜ਼ੁਰਗ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਤੁਹਾਨੂੰ। ਸਤਿ ਸ੍ਰੀ ਅਕਾਲ ਜੀ। ਠੀਕ ਠਾਕ ਹੋ ਤੁਸੀਂ ਸਾਰੇ? ਕਿਰਪਾ ਹੈ ਜੀ, ਕਿਰਪਾ ਹੈ। ਹਾਂਜੀ।
ਮੈਂ ਇੱਕ ਹਲਕੀ ਜਿਹੀ ਜਾਣਕਾਰੀ ਲੈਣੀ ਚਾਹੁੰਦਾ ਸੀ। ਵੈਸੇ ਮੇਰਾ ਮਨ ਤਾਂ ਨਹੀਂ ਕਰਦਾ ਸੀ ਕਿ ਮੈਂ ਤੁਹਾਨੂੰ ਪੁੱਛਾਂ। ਕਈ ਵਾਰੀ ਇਹ ਵੀ ਹੁੰਦਾ ਕਿ ਜਦੋਂ ਆਪਾਂ ਇੱਕ ਦੂਜੇ ਨਾਲ ਦੁੱਖ ਸਾਂਝਾ ਕਰਦੇ ਹਾਂ ਤੇ ਮਨ ਦਾ ਜਿਹੜਾ ਬੋਝ ਹੈ ਉਹ ਹਲਕਾ ਹੋ ਜਾਂਦਾ। ਤੇ ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਵੀ ਇਦਾਂ ਦੀ ਕਿਹੜੀ ਨੌਬਤ ਆ ਗਈ ਕਿ ਜਦੋਂ ਬੜੇ ਚਾਅ ਦੇ ਨਾਲ, ਲਾਡ ਦੇ ਨਾਲ, ਮਿਹਨਤ ਕਰਕੇ, ਪੋਰਿਆ ਪੁਰ ਕਰਕੇ ਬਜ਼ੁਰਗ ਜਿਹੜੇ ਆ ਉਹ ਆਪਣੇ ਬੱਚਿਆਂ ਨੂੰ ਪਾਲਦੇ ਨੇ, ਤੇ ਬਜ਼ੁਰਗ ਜਦੋਂ ਆਖਰ ਤੇ ਜਿਹੜੀ ਉਮਰ ਆਉਂਦੀ ਆ, ਜਦੋਂ ਬੁਢੇਪਾ ਆਉਂਦਾ ਆ, ਜਦੋਂ ਆਸਰੇ ਦੀ ਲੋੜ ਹੁੰਦੀ ਆ, ਤੇ ਉਦੋਂ ਬੇਆਸਰਾ ਬਣ ਕੇ ਆਸ਼ਰਮ ਦੇ ਵਿੱਚ ਰਹਿਣ ਲਈ ਮਜਬੂਰ ਹੋ ਜਾਂਦਾ। ਇਦਾਂ ਦੀ ਕਿਹੜੀ ਘਟਨਾ ਹੈ, ਕਿਉਂ ਹੁੰਦਾ ਇਦਾਂ? ਇਹ ਜੀ ਗੱਲ ਦੱਸਣਾ ਆਪ ਜੀ ਨੂੰ, ਇਹ ਹੁੰਦੇ ਦੋਨੋਂ ਪਾਸੇ ਹੈ ਜੀ। ਕੁਝ ਤਾਂ ਇਹ ਆਸ਼ਰਮ ਬਣ ਚੁੱਕੇ ਹੈ, ਅਸੀਂ ਕਹਿੰਦੇ ਤਾਂ ਸਾਰੀ ਦੁਨੀਆ ਹਰੀ ਅਸੀਂ ਵਜਾ ਲਈਏ, ਤਾਂ ਅਸੀਂ ਵੀ ਕੋਈ ਅਕੜ ਜਾਂਦੇ ਕਰਦੇ ਹਾਂ। ਤੇ ਔਰ ਸਾਡੀ ਅਕੜ ਐਸੀ ਹੁੰਦੀ ਹੈ ਕਿ ਉਹ ਸਾਨੂੰ ਮਜਬੂਰ ਇਹ ਕਰ ਦਿੰਦੇ, ਸਾਰੀ ਪੂੰਜੀ ਖੋਹ ਲੈਂਦੇ। ਉਹ ਸਾਡੀ ਅਕੜ ਦੇ ਵਿੱਚ ਸਾਡੀ ਪੂੰਜੀ ਖੋਹ ਲੈਂਦੇ ਕਿ ਮਜਬੂਰ ਹੋ ਜਾਣ। ਇਹ ਮਜਬੂਰੀ ਸਾਨੂੰ ਲਿਆਂਦੀ ਹੈ ਇੱਥੇ, ਸਮਝੇ ਜੀ। ਇਹਦੇ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਬਜ਼ੁਰਗਾਂ ਨੂੰ, ਵੀ ਆਪਣਾ ਪੱਲਾ ਥੋੜਾ ਜਿਹਾ ਰੱਖਣਾ ਚਾਹੀਦਾ? ਰੱਖਣਾ ਜ਼ਰੂਰ ਚਾਹੀਦਾ ਹੈ। ਮੇਰੇ ਕੋਲ 14 ਲੱਖ ਰੁਪਏ ਸੀਗਾ, ਸਾਰਾ ਉਹਨੇ ਲੁੱਟ ਲਿਆ, ਖਾਲੀ ਕਰਤਾ ਬਿਲਕੁਲ ਮੈਨੂੰ। ਕਿਹਨੇ ਲੁੱਟ ਲਿਆ? ਕੁੜੀਆਂ ਨੇ, ਮੁੰਡਾ ਕੋਈ ਨਹੀਂ ਮੇਰਾ, ਮੁੰਡਾ ਨਹੀਂ ਹੈਗਾ, ਜਵਾਈਆਂ ਨੇ ਲੁੱਟਿਆ। ਕਿੰਨੀਆਂ ਬੇਟੀਆਂ ਤੁਹਾਡੀਆਂ? 3 ਬੇਟੀਆਂ ਹੈ, ਬੇਟਾ ਨਹੀਂ ਹੈ? ਬੇਟਾ ਨਹੀਂ ਹੈਗਾ। ਤੇ ਹੁਣ ਉਹ ਬੇਟੀਆਂ ਮਿਲਣ ਆਉਂਦੀਆਂ ਤੁਹਾਨੂੰ? ਉਹ ਤਾਂ ਫੋਨ ਆ ਜਾਂਦਾ, ਮਿਲਣ ਤਾਂ ਕੋਈ ਨਹੀਂ ਆਉਂਦੀ ਹੈ। ਹੋਰ ਕੋਈ ਬੰਦਾ ਕੋਈ ਸਵੇਰ ਸੇਵਾ ਕਰਦਾ ਉਹ ਆ ਜਾਂਦੇ ਮਿਲਣ ਲਈ, ਸੇਵਾ ਕਰਦਾ, ਦਵਾਈਆਂ ਦੇ ਆਪਣੀਆਂ ਬੇਟੀਆਂ ਉਹ ਨਹੀਂ ਆਉਂਦੀਆਂ? ਉਹ ਨਹੀਂ ਆਉਂਦੀਆਂ। ਨਹੀਂ, ਕਿੰਨਾ ਚਿਰ ਹੋ ਗਿਆ ਆਈਆਂ ਨੂੰ? ਤਿੰਨਾਂ 'ਚੋਂ ਕੋਈ ਵੀ ਨਹੀਂ, ਤਿੰਨੇ ਵੀ ਆਈਆਂ। ਕਿੰਨਾ ਚਿਰ ਹੋ ਗਿਆ ਆਈਆਂ ਨੂੰ? ਕਦੀ ਇੱਥੇ- ਵੀ ਨਹੀਂ ਆਈਆਂ? ਨਹੀਂ, ਮੈਂ ਇੱਥੇ 6ਵਾਂ ਸਾਲ ਜਾ ਰਿਹਾ ਜੀ। 6 ਸਾਲ ਦੇ ਵਿੱਚ ਤੁਹਾਡੀਆਂ ਤਿੰਨੋਂ ਬੇਟੀਆਂ ਮਿਲਣ ਨਹੀਂ ਆਈਆਂ? 14 ਦੇ ਵਿੱਚ ਆਇਆ ਮੈਂ, 1914 ਦੇ ਵਿੱਚ ਆਇਆ, 2014 ਦੇ ਵਿੱਚ। ਹਾਂ। ਹੁਣ ਦੇਖ ਲਿਓ 20 ਜਾ ਰਿਹਾ ਹੈ, ਅਜੇ ਤੱਕ ਕੋਈ ਮਿਲਣ ਨਹੀਂ ਆਈ ਹੈ ਇੱਥੇ। ਨਹੀਂ ਜੀ, ਨਾ। ਇਹ ਹਰ ਇੱਕ ਕਹਿੰਦਾ, ਇਹ ਬੇਟੀਆਂ ਬਹੁਤ ਮਾਣ ਦੇ ਨਾਲ ਕਹਿੰਦੀਆਂ ਹੁੰਦੀਆਂ ਕਿ ਧੀਆਂ ਜਿਹੜੀਆਂ ਆ ਉਹ ਦੁੱਖ ਵੰਡਾਉਂਦੀਆਂ ਮਾਪਿਆਂ ਦੇ ਨਾਲ, ਤੇ ਪੁੱਤ ਜਿਹੜੇ ਆ ਉਹ ਜ਼ਮੀਨ ਵੰਡਾਉਂਦੇ ਨੇ। ਇਹ ਗੱਲ ਇੱਥੇ ਆ ਕੇ ਸਾਬਤ ਨਹੀਂ ਹੁੰਦੀ, ਗਲਤ ਸਾਬਤ ਹੁੰਦੀ ਹੈ। ਬਜ਼ੁਰਗ ਦੱਸ ਰਹੇ ਨੇ ਕਿ ਮੇਰੇ 3 ਬੇਟੀਆਂ ਨੇ, ਉਹਨਾਂ ਨੇ ਮੇਰੀ ਸਰਮਾਇਆ, ਮੇਰੀ ਪ੍ਰਾਪਰਟੀ ਸਾਰੀ ਆਪ ਰੱਖ ਲਈ, ਪਰ ਕਰੀਬ 6 ਸਾਲ ਦੇ ਵਿੱਚ ਮੈਨੂੰ ਅਜੇ ਤੱਕ ਮਿਲਣ ਤੱਕ ਨਹੀਂ ਆਏ। ਤੇ ਇੱਥੇ ਜਿਹੜੀਆਂ ਮਾਣ ਦੇ ਨਾਲ ਬੇਟੀਆਂ ਸਾਡੀਆਂ ਭੈਣਾਂ ਉਹ ਕਹਿੰਦੀਆਂ ਹੁੰਦੀਆਂ ਕਿ ਮਾਪੇ ਜਿਹੜੇ ਆ ਉਹ ਪੁੱਤ ਜਿਹੜੇ ਆ ਉਹ ਜ਼ਮੀਨਾਂ ਵੰਡਾਉਂਦੇ, ਤੇ ਜਿਹੜੀਆਂ ਧੀਆਂ ਨੇ ਉਹ ਦੁੱਖ ਵੰਡਾਉਂਦੀਆਂ। ਇੱਥੇ ਗੱਲ ਉਹ ਗਲਤ ਸਾਬਤ ਹੁੰਦੀ ਹੈ। ਪਰ ਧੀਆਂ ਜਿਹੜੀਆਂ, ਉੱਥੇ ਸਵਾਲ ਦੂਜਾ ਵੀ ਖੜਦਾ ਕਿ ਉਹੀ ਧੀਆਂ ਆਪਣੀ ਸੱਸ ਤੇ ਸਹੁਰੇ ਦੀ ਸੇਵਾ ਕਿਉਂ ਨਹੀਂ ਕਰਦੀਆਂ? ਤੇ ਹੁੰਦੀਆਂ ਤਾਂ ਉਹੀ ਨੇ। ਕੋਈ ਹੁੰਦੀ ਹੈ, ਨਹੀਂ ਕਰਦੀ। ਕੀ ਖਿਆਲ ਜੀ ਤੁਹਾਡਾ ਇਹਦੇ ਲਈ? ਕੀ ਕਹਿਣਾ? ਨਹੀਂ ਕਰਦੀਆਂ ਜੀ, ਨਹੀਂ ਕਰਦੀਆਂ। ਤੇ ਧੀ ਤਾਂ ਧੀ ਹੈ, ਜਿੱਥੇ ਉਹ ਆਪਣੀ ਮਾਂ-ਬਾਪ ਦੀ ਸੇਵਾ ਕਰਦੀ ਆ, ਉਹ ਆਖਰੀ ਦਮ ਤੱਕ ਮਾਪਿਆਂ ਦਾ ਚੇਤਾ ਰੱਖਦੀ ਹੈ, ਤੇ ਉੱਥੇ ਉਹਨਾਂ ਦੇ ਦੁੱਖ ਸੁੱਖ ਸਾਂਝੀ ਹੁੰਦੀ ਆ, ਤੇ ਉਹ ਆਪਣੀ ਸੱਸ ਤੇ ਸਹੁਰੇ ਦੇ ਦੁੱਖ ਸੁੱਖ ਦੇ ਵਿੱਚ ਵੀ ਸਾਂਝੇ ਹੋ ਸਕਦੇ ਨੇ। ਹੋ ਸਕਦੇ ਲੇਕਿਨ ਨਹੀਂ ਹੁੰਦੇ, ਨਹੀਂ ਕੋਈ ਬਣਦਾ ਹੀ ਨਹੀਂ, ਕੋਈ ਆਪਣਾ ਨਹੀਂ ਕੋਈ ਬਣਦਾ। ਇਦਾਂ ਦਾ ਕਿਹੜਾ ਸੰਦੇਸ਼ ਦੇਣਾ ਅੱਜ ਚਾਹੋਗੇ ਜਿਹੜਾ ਬਜ਼ੁਰਗਾਂ ਨੂੰ ਇਦਾਂ ਰੁਲਣਾ ਨਾ ਪਵੇ? ਸੰਦੇਸ਼ ਤਾਂ ਇਹ ਹੈ ਜੀ, ਆਪਣੀ ਪੂੰਜੀ ਗਵਾਉਣੀ ਨਹੀਂ ਚਾਹੀਦੀ ਹੈ। ਮਰਦੇ ਬਾਅਦ ਜੋ ਮਰਜ਼ੀ ਹੋਵੇ, ਆਪਣੇ ਜਿੰਦੇ ਨਹੀਂ ਦੇਣਾ ਚਾਹੀਦਾ ਕਿਸੇ ਨੇ ਵੀ। ਬਸ ਸੰਦੇਸ਼ ਇਹੀ ਹੈ ਮੇਰਾ ਕਿ ਆਪਣੇ ਕੋਲ ਜਿਹੜਾ ਹੈ, ਮਰਨ ਪਿੱਛੇ ਜੋ ਮਰਜ਼ੀ ਹੋਵੇ, ਆਪਣੇ ਹੱਥੀਂ ਨਹੀਂ ਗਵਾਉਣਾ ਚਾਹੀਦਾ ਹੈ। ਬਸ ਅਸਲ ਵਿੱਚ ਇਹ ਗੱਲ ਹੈਗੀ ਹੈ। ਬਸ ਚਲੋ ਬਜ਼ੁਰਗੋ, ਅਸਲ ਦੇ ਵਿੱਚ ਇਹ ਤਾਂ ਮੈਂ ਪੁੱਛਣਾ ਚਾਹੁੰਦਾ ਨਹੀਂ ਸੀਗਾ। ਅਸਲ 'ਚ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਸੀਗਾ ਵੀ ਆਸ਼ਰਮ ਦੇ ਵਿੱਚ ਤੁਹਾਨੂੰ ਲੰਗਰ ਪਾਣੀ ਪ੍ਰਸ਼ਾਦਾ ਸਾਰਾ ਕੁਝ ਠੀਕ ਠਾਕ ਮਿਲਦਾ ਆ? ਉਹ ਸਭ ਕੁਝ ਮਿਲਦਾ ਹੈ, ਸਭ ਕੁਝ ਮਿਲਦਾ, ਸਭ ਕੱਪੜੇ ਮਿਲਦਾ। ਲੱਤੇ? ਇਹ ਜਿਹੜੀ ਬਿਮਾਰੀ ਚ ਕਰੋਨਾ ਦੀ, ਇਹਦੇ ਕਰਕੇ ਕੋਈ ਘਾਟ ਪੈ ਗਈ ਹੈ, ਤੇ ਬਾਕੀ ਇਹ ਆਪਣੇ ਵੱਲੋਂ ਕੋਈ ਕਮੀ ਨਹੀਂ ਕਰ ਰਹੇ। ਹਾਂ, ਤੇ ਉਦਾਂ ਸਾਰਾ ਕੁਝ ਠੀਕ ਠਾਕ ਹੈ? ਸਭ ਕੁਝ ਠੀਕ ਠਾਕ। ਖੁਸ਼ ਹੋ ਸਾਰੇ ਤੁਸੀਂ? ਹਾਂਜੀ। ਤੇ ਜਿਹੜੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਆਸ਼ਰਮ ਚੱਲਦੇ ਨੇ, ਉਹਨਾਂ ਦਾਨੀ ਸੱਜਣਾ ਨੂੰ ਕੀ ਅਸੀਸਾਂ ਦੇਣੀਆਂ ਚਾਹੋਗੇ, ਕੀ ਸ਼ਾਬਾਸ਼ ਦੇਣੀ ਚਾਹੋਗੇ, ਜਿਹੜੇ ਆਪਣੀ ਜੇਬ ਦੇ ਵਿੱਚੋਂ, ਆਪਣੇ ਮੂੰਹ ਦੇ ਵਿੱਚੋਂ ਕੱਢ ਕੇ ਉਹ ਇੱਥੇ ਲੈ ਕੇ ਆਉਂਦੇ ਨੇ, ਆਪਣੀ ਨੇਕ ਕਮਾਈ ਦੇ ਵਿੱਚੋਂ ਦਸੌਂਦ ਕੱਢ ਕੇ ਇੱਥੇ ਲੈ ਕੇ ਆਉਂਦੇ ਨੇ, ਉਹਨਾਂ ਨੂੰ ਕੀ ਅਸੀਸਾਂ ਦੇਣੀਆਂ ਚਾਹੋਗੇ? ਉਹਨਾਂ ਨੂੰ ਜੀ ਤਨੋਂ ਮਨੋਂ ਸਾਡੀ ਅਸੀਸ ਹੈਗੀ ਹੈ, ਤਨੋਂ ਮਨੋਂ ਅਸੀਸ ਹੈਗੀ ਕਿ ਆਪਣੇ ਬੱਚਿਆਂ ਕੋਲ ਲੈ ਕੇ ਉਹ ਸਾਡੇ ਮੂੰਹ 'ਚ ਪਾਉਂਦੇ ਨੇ, ਸਮਝੇ। ਉਹਨਾਂ ਤਨੋਂ ਮਨੋਂ ਸਾਡੀ ਅਸੀਸ ਹੈਗੀ ਉਹਨਾਂ ਦੇ ਵਾਸਤੇ। ਔਰ ਜਿਹੜੇ ਇੱਥੇ ਦੇ ਸੇਵਾਦਾਰ ਹੈ, ਉਹਨਾਂ ਦੇ ਵਾਸਤੇ ਅਸੀਂ ਬਹੁਤ ਅਸੀਸਾਂ ਦੇਣਗੇ। ਅਸੀਂ ਆਪਣੇ ਤਨੋਂ ਮਨੋਂ ਅਸੀਸ ਦੇਵਾਂਗੇ। ਜਿਹੜੀ ਸਾਡੀ ਸੇਵਾ ਕਰਦੇ ਹੈ, ਸਵੇਰੇ 5 ਵਜੇ ਚਾय ਬਣ ਜਾਂਦੀ ਹੈ,
ਸਮਝੇ ਜੀ। ਔਰ ਸਾਨੂੰ ਘੰਟੀ ਖੜਕਾ ਦਿੰਦੇ 5 ਵਜੇ, ਕਈ ਤਾਂ ਉੱਠਦੇ ਵੀ ਨਹੀਂ ਸੁੱਤੇ। ਅਸੀਂ ਤਾਂ ਚਲੋ 3 ਵਜੇ ਉੱਠੀਦਾ ਹੈ, ਪਾਠ ਪੂਜਾ ਕਰੀਦਾ ਹੈ 3 ਵਜੇ ਉੱਠ ਕੇ, ਅਤੇ ਨਹੀਂ ਤਾਂ 3-5 ਵਜੇ ਚਾਹ ਬਣ ਜਾਂਦੀ ਹੈ ਇੱਥੇ। ਔਰ ਸੇਵਾਦਾਰ ਫਿਰ ਸਾਨੂੰ 10 ਵਜੇ ਲੰਗਰ ਛਕਾਉਂਦੇ, 2 ਵਜੇ ਫਿਰ ਚਾਹ ਛਕਾਉਂਦੇ, 5 ਵਜੇ ਫਿਰ ਲੰਗਰ ਛਕਾਉਂਦੇ ਹੈ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹੈ। ਤੁਸੀਂ ਅਸੀਸਾਂ ਦੇ ਰਹੇ ਹੋ ਦਾਨੀ ਸੱਜਣਾ ਨੂੰ। ਉਹਨਾਂ ਦਾ ਕੰਮ ਜਿਹੜਾ ਆ ਹੋਰ ਵੀ ਤਰੱਕੀ ਕਰਨ, ਦਿਨ ਦੁੱਗਣੀ ਰਾਤ ਚੌਗਣੀ ਹੋਰ ਵੀ ਡਿਵੈਲਪ ਹੋਵੇ, ਉਹਨਾਂ ਦਾ ਵਿਕਾਸ ਹੋਵੇ, ਅਤੇ ਉਹ ਆਪਣੀ ਜਿੰਨੀ ਉਹਨਾਂ ਦੀ ਆਮਦਨ ਵੱਧ ਹੋਏਗੀ ਉਹਦੀ ਦਸੌਂਦ ਵੀ ਵੱਧ ਹੋਏਗੀ ਕੁਦਰਤੀ। ਅਤੇ ਅਸੀਂ ਵੀ ਆਸ ਕਰਦੇ ਹਾਂ ਕਿ ਤੁਸੀਂ ਆਸ਼ਰਮ ਦੇ ਨਾਲ ਹਮੇਸ਼ਾ ਦੇ ਵਾਸਤੇ ਜੁੜੇ ਰਹੋਗੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਇਹ ਜਿਹੜੀਆਂ ਸਾਡੀਆਂ ਅੱਖਾਂ ਨੇ ਨਾ, ਇਹ ਅੱਖਾਂ ਰੱਬ ਨੇ, ਪਰਮਾਤਮਾ ਨੇ ਸਾਨੂੰ ਚੰਗਾ ਦੇਖਣ ਲਈ ਦਿੱਤੀਆਂ ਨੇ, ਚੰਗਾ ਸੰਦੇਸ਼ ਦੇਣ ਵਾਸਤੇ ਦਿੱਤੀਆਂ ਨੇ। ਪਰ ਅਸੀਂ ਇਹਨਾਂ ਅੱਖਾਂ ਦੇ ਨਾਲ ਕੀ ਦੇਖਦੇ ਹਾਂ, ਕੀ ਅਸੀਂ ਇਹਨਾਂ ਦੇ ਨਾਲ ਸੰਦੇਸ਼ ਦਿੰਦੇ ਹਾਂ, ਅਤੇ ਇਹ ਹੁਣ ਸਾਬਤ ਕਰੇਗਾ ਇੱਕ ਬਹੁਤ ਵੱਡਾ ਸੁਨੇਹਾ। ਪਤਾ ਉਹਨਾਂ ਤੋਂ ਲੱਗਦਾ ਜਿਨ੍ਹਾਂ ਦੇ ਇਹ ਅੱਖਾਂ ਨਹੀਂ ਹੁੰਦੀਆਂ। ਅਤੇ ਤੁਹਾਨੂੰ ਮਿਲਾਉਂਦੇ ਹਾਂ ਇੱਕ ਉਸ ਖਾਸ ਸ਼ਖਸੀਅਤ ਨੂੰ ਜਦੋਂ ਜਨਮ ਤੋਂ 6 ਮਹੀਨੇ ਤੱਕ ਦਾ ਸੀ ਅਤੇ ਅੱਖਾਂ ਸੀ। ਉਸ ਵੇਲੇ ਉੱਦਾਂ ਕੁਛ ਨਹੀਂ ਪਤਾ ਹੁੰਦਾ ਕਿ ਮੈਂ ਕੀ ਦੇਖਣਾ ਕੀ ਨਹੀਂ ਦੇਖਣਾ। 6 ਮਹੀਨੇ ਤੋਂ ਬਾਅਦ ਹੀ ਸਰੀਰ ਵਿਕਾਸ ਕਰਦਾ ਅਤੇ ਸਾਡੀ ਇੱਛਾ ਹੁੰਦੀ ਆ ਅਸੀਂ ਮਿਲੀਏ, ਸਾਰਿਆਂ ਨੂੰ ਦੇਖੀਏ, ਅਤੇ ਅਸੀਂ ਸਾਰਾ ਕੁਛ ਦੇਖਣ ਚੱਲੀਏ, ਮੇਲਾ ਦੇਖਣ ਚੱਲੀਏ। ਅਤੇ ਉਸ ਇਨਸਾਨ ਦੇ ਮਨ 'ਤੇ ਕੀ ਹੋਏਗਾ ਜਿਸ ਨੇ ਦੁਨੀਆ 'ਤੇ ਆ ਕੇ ਹਜੇ ਇਹ ਦੁਨੀਆ ਦੇਖੀ ਨਹੀਂ ਆ, ਪਰ ਬੁਢੇਪੇ ਦੀ ਉਮਰ ਦੇ ਵਿੱਚ ਨੇ। ਮੇਰੇ ਨਾਲ ਨੇ ਸੁਰਿੰਦਰ ਕੁਮਾਰ ਜੀ। ਸਭ ਤੋਂ ਪਹਿਲਾਂ ਜੀ ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ। ਨਮਸਕਾਰ। ਠੀਕ ਠਾਕ ਹੋ ਤੁਸੀਂ ਸਾਰੇ? ਇਹ ਤੁਹਾਡੀ ਜਿਹੜੀ ਨਿਗਾਹ ਹੈਗੀ ਆ ਇਹ ਕਦੋਂ ਗਈ ਹੈਗੀ ਆ? ਜਦੋਂ ਮੈਂ 6 ਮਹੀਨੇ ਦਾ ਸੀਗਾ ਅੱਛਾ, ਉਦੋਂ ਤੋਂ ਗਈ ਆ। 1965 'ਚ ਜਨਮ ਸੀਗਾ ਮੇਰਾ। ਹਾਂ ਠੀਕ ਹੈ ਠੀਕ। ਇੱਥੇ ਫਿਰ ਆਸ਼ਰਮ ਦੇ ਵਿੱਚ ਕਿੱਦਾਂ ਆਉਣਾ ਤੁਹਾਡਾ ਮੌਕਾ ਮਿਲਿਆ? ਇਹ ਤਾਂ ਪਿਛਲੇ ਸਾਲ ਆਇਆ ਸੀ ਮੈਂ ਇੱਥੇ। ਮੌਕਾ ਇੱਦਾਂ ਇਹਦੇ ਇੱਥੇ ਦੇਖ ਕੇ ਗਏ ਸੀ ਮੇਰੇ ਜੀਜਾ ਜੀ ਇੱਦਾਂ। ਅੱਛਾ ਹਾਂਜੀ ਠੀਕ ਠੀਕ। ਖੁਸ਼ ਹੋ ਤੁਸੀਂ ਇੱਥੇ? ਠੀਕ ਹੈ ਜੀ। ਹਾਂ, ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਮਾਜ ਨੂੰ, ਸੰਸਾਰ ਨੂੰ, ਜਿਹਨੇ ਤੰਦਰੁਸਤ ਨੇ ਪਰ ਉਹਨਾਂ ਦੀ ਨਿਗਾਹ ਮਾੜੀ ਹੈ? ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਕਹਿਣਾ ਕੀ ਚਾਹੁੰਦੀ ਜਨ ਮਾੜੀ ਨਿਗਾਹ ਹੀ ਹੈ ਵੀ ਜਿਹੜੀ ਚੰਗੀ ਨਿਗਾਹ ਹੁੰਦੀ ਉਹਨੂੰ ਚੰਗੀ ਬਣਾਉਣੀ ਚਾਹੀਦੀ ਹੈ। ਕੀ ਬਾਤ ਹੈ, ਕੀ ਬਾਤ ਹੈ। ਪਰਮਾਤਮਾ ਦਾ ਇਹ ਬਹੁਤ ਅਨਮੋਲ ਹੀਰਾ ਹੈ ਅੱਖਾਂ, ਤੇ ਅੱਖਾਂ ਦੇ ਨਾਲ ਕੁਝ ਚੰਗਾ ਹੀ ਦੇਖਣਾ ਚਾਹੀਦਾ ਤੇ ਚੰਗਾ ਹੀ ਸੰਦੇਸ਼ ਦੇਣਾ ਚਾਹੀਦਾ ਹੈ। ਜਿਹੜਾ ਰੱਬ ਨੂੰ ਵੀ ਕਬੂਲ ਹੋਵੇ ਯਾਰ। ਕੀ ਬਾਤ ਹੈ, ਜਿਹਦੇ ਨਾਲ ਰੱਬ ਵੀ ਖੁਸ਼ ਹੋਵੇ ਹੈ। ਇੱਕ ਪਾਸੇ ਇਹ ਅੱਖਾਂ ਅਸੀਂ ਕਹਿੰਦੇ ਆ ਕਿ ਅੱਖਾਂ ਦੇ ਨਾਲ ਰੱਬ ਦੇਖਣਾ, ਪਰ ਉਲਟ ਹੈ ਕੰਮ ਤੁਸੀਂ ਕਹਿ ਦਿੱਤਾ ਅੱਜ, ਹੈ ਨਾ, ਬਈ ਉਹ ਸਾਨੂੰ ਰੱਬ ਦੇਖ ਰਿਹਾ। ਹਾਂਜੀ। ਇੱਥੇ ਸਾਰਾ ਕੁਝ ਠੀਕ ਠਾਕ ਹੈ? ਲੰਗਰ ਪਾਣੀ ਸਾਰਾ ਪ੍ਰਸ਼ਾਦਾ ਮਿਲਦਾ ਜੀ ਸਮੇਂ ਤੇ? ਹਾਂਜੀ। ਖੁਸ਼ ਹੋ ਇੱਥੇ? ਹਾਂਜੀ ਠੀਕ ਹੈ। ਇਹ ਜੋ ਤੁਸੀਂ ਆਸ਼ਰਮ ਦੇਖਿਆ, ਤੁਸੀਂ ਦੇਖਿਆ ਕਿਵੇਂ ਬਜ਼ੁਰਗ ਜਿਹੜੇ ਆ ਉਹ ਆਪਣੇ ਮਨਾਂ ਦੇ ਅੰਦਰ, ਆਪਣੇ ਸੀਨੇ ਦੇ ਅੰਦਰ ਦੁੱਖਾਂ ਨੂੰ ਲਪੇਟ ਕੇ ਬੈਠੇ ਨੇ। ਅਤੇ ਜਦੋਂ ਆਪਾਂ ਮਿਲਦੇ ਹਾਂ ਅਤੇ ਤੁਸੀਂ ਵੀ ਦੇਖਿਆ ਕਿ ਸਾਰੇ ਕਿਵੇਂ ਭਾਵੁਕ ਹੁੰਦੇ ਨੇ। ਹਰ ਇੱਕ ਇਨਸਾਨ ਦੀ ਆਪਣੀ ਆਪਣੀ ਕਹਾਣੀ ਹੈ। ਅਤੇ ਇਸ ਸਾਰੇ ਪਰਿਵਾਰ ਨੂੰ ਇੱਥੋਂ ਦੀ ਜਿੱਥੇ ਕਮੇਟੀ ਜਿਹੜੀ ਆ, ਟਰਸਟ ਜਿਹੜਾ, ਉਹ ਆਪਣੇ ਦੇਖ ਰੇਖ ਕਰਦੇ ਨੇ, ਅਤੇ ਉੱਥੇ ਇਹ ਬਹੁਤ ਵੱਡੇ ਪਰਿਵਾਰ ਨੂੰ ਬੁੱਕਲ ਦੇ ਵਿੱਚ ਲੈ ਕੇ ਬੈਠੇ ਨੇ ਸਰਦਾਰ ਰਣਜੀਤ ਸਿੰਘ ਰਾਣਾ ਜੀ, ਬਾਬਾ ਜੀ ਨੇ। ਬਾਬਾ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸਭ ਠੀਕ ਠਾਕ ਹੋ ਤੁਸੀਂ? ਠੀਕ ਠਾਕ ਹੈ ਜੀ, ਠੀਕ ਠਾਕ ਹੈ। ਜਿਵੇਂ ਇੰਨੇ ਸਾਰੇ ਬਜ਼ੁਰਗ ਜਿਹੜੇ, ਇੰਨੇ ਮਾਤਾਵਾਂ ਜਿਹੜੇ ਹੈਂਡੀਕੈਪਡ ਬੱਚੇ ਨੇ, ਕੁਝ ਨੇਤਰਹੀਣ ਵੀ ਨੇ, ਇਹ ਸਾਰੇ ਤੁਹਾਡੇ ਕੋਲ ਰਹਿ ਰਹੇ ਨੇ। ਸਭ ਤੋਂ ਪਹਿਲਾਂ ਤਾਂ ਸਮੁੱਚੇ ਸਟਾਫ ਦਾ ਧੰਨਵਾਦ ਅਸੀਂ ਵੀ ਕਰਦੇ ਹਾਂ, ਸਾਡਾ ਟੈਲੀਵਿਜ਼ਨ ਦੀ ਸਮੁੱਚੀ ਟੀਮ ਵੀ ਕਰਦੀ ਆ, ਅਤੇ ਜਿਹੜੇ ਇਸ ਲਈ ਟੈਲੀਵਿਜ਼ਨ ਨੂੰ ਦੇਖ ਰਹੇ ਨੇ ਦੇਸ਼ ਅਤੇ ਵਿਦੇਸ਼ ਦੇ ਵਿੱਚ, ਉਹਨਾਂ ਵੱਲੋਂ ਵੀ ਮੈਂ ਤੁਹਾਡਾ ਧੰਨਵਾਦ ਕਰਦਾ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ, ਤੁਹਾਡਾ ਵੀ ਧੰਨਵਾਦ ਕਰਦੇ ਹਾਂ। ਬਾਕੀ ਸਾਧ ਸੰਗਤ ਦਾ ਵੀ ਧੰਨਵਾਦ ਕਰਦੇ ਹਾਂ। ਹਰੇਕ ਸੰਗਤ ਦਾ ਧੰਨਵਾਦ ਕਰਦੇ ਹਾਂ ਇੱਥੇ ਜੋ ਆਈ ਆ। ਸਾਡੇ ਸਤਨਾਮ ਸਿੰਘ, ਕਿਰਪਾਲ ਸਿੰਘ, ਸਰਜੀਤ ਸਿੰਘ, ਰੋਮੀ ਢਾਬਾ, ਇੱਧਰ ਕਿਰਪਾਲ ਸਿੰਘ, 2 ਕਿਰਪਾਲ ਸਿੰਘ ਬੈਠੇ ਆ, ਪੱਤਰਕਾਰ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਹਾਂਜੀ ਬਾਬਾ ਜੀ, ਇਹ ਬੀਤੇ ਸਮੇਂ ਕੋਈ ਇੱਥੇ ਡਿਸਪਿਊਟ ਹੋ ਗਿਆ ਸੀ, ਚਲੋ ਕੋਈ ਸਮਾਂ ਹੁੰਦਾ, ਘਟਨਾ ਵਾਪਰ ਗਈ ਸੀ, ਇਹ ਜਿਹੜਾ ਟਰਸਟ ਹੁਣ ਚੇਂਜ ਹੋ ਗਿਆ, ਇਹਦੇ ਵਾਸਤੇ ਤੁਸੀਂ ਸਮੁੱਚਾ ਜਿਹੜਾ ਸਾਡਾ ਸੰਸਾਰ ਹੈ, ਜਿਹੜੇ ਸਾਡੇ ਨਾਲ ਦਾਨੀ ਸੱਜਣ ਜੁੜੇ ਹੋਏ ਨੇ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਅਸੀਂ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ, ਜਿੱਦਾਂ ਅੱਗੇ ਜੁੜੇ ਸੀਗੇ
ਉਸ ਤਰ੍ਹਾਂ ਸਾਡੇ ਨਾਲ ਜੁੜੇ ਰਹਿਣ। ਇਹ ਗਾਹਾਂ ਦੇ ਉਦੋਂ ਵੀ ਵਧੀਆ ਜਿਹੜਾ ਚੱਲੇ, ਉਹਨਾਂ ਬਹੁਤ ਵਧੀਆ ਗਾਹਾਂ ਚੱਲੂਗਾ। ਇਹ ਜਿੱਦਾਂ ਜਿੱਦਾਂ ਕੰਮ ਵਧੀ ਜਾਊਗਾ ਉਸ ਹਿਸਾਬ ਨਾਲ ਵਧੀਆ ਪੈਸਾ ਆਈ ਜਾਊਗਾ, ਉਸ ਹਿਸਾਬ ਨਾਲ ਚੱਲੂਗਾ। ਇਸ ਵੇਲੇ ਬਹੁਤ ਜਾਣੀ ਕਿ ਪੈਸੇ ਦੀ ਟੋਟ ਆਈ ਰਹੀ ਇੱਥੇ ਆਸ਼ਰਮ ਦੇ। ਕੁਛ ਤਾਂ ਕਰੋਨਾ ਦੀ ਬਿਮਾਰੀ ਕਰਕੇ, ਕੁਛ ਉਹ ਥੋੜ੍ਹਾ ਜਿਹਾ ਬਦਲੀ ਹੋਣ 'ਚ, ਬਾਬੇ ਦੇ ਜਾਣ 'ਚ ਥੋੜ੍ਹਾ ਜਿਹਾ ਤੰਗੀ ਹੋਈ ਆ ਥੋੜ੍ਹੀ। ਇਸ ਵੇਲੇ ਤੁਹਾਡੇ ਕੋਲ ਕਿੰਨੇ ਬਜ਼ੁਰਗ ਨੇ? ਇਸ ਵੇਲੇ ਸਾਡੇ ਕੋਲ ਵਿੱਚੇ ਬੱਚੇ ਆ, ਵਿੱਚੇ ਬੀਬੀਆਂ ਆ, 144 ਕਿਹਾ ਜੀ। ਤੇ ਸੇਵਾ ਕਰਨ ਵਾਲੇ ਜਿਹੜੇ ਸੇਵਾਦਾਰ ਨੇ, ਜਿਹੜੇ ਉਹਨਾਂ ਦਾ ਦੇਖ ਰੇਖ ਕਰਦੇ ਨੇ ਜਾਂ ਲੰਗਰ ਬਣਾਉਂਦੇ ਨੇ, ਉਹ ਅਲੱਗ ਹੈ ਨੇ? ਉਹ ਵੀ ਵਿੱਚ ਹੈ? ਉਹ ਅਲੱਗ ਨੇ। ਉਹ ਸਾਡੇ ਕੋਲ ਹੈਗੇ 22 ਆ ਸੇਵਾਦਾਰ ਜਿਹੜੇ ਆ। ਉਹਨਾਂ ਦੀ 1.5 ਲੱਖ ਉਹਨਾਂ ਦੀ ਸੈਲਰੀ ਬਣਦੀ ਆ ਜੀ ਮਹੀਨੇ ਦੀ। ਅਤੇ ਇਸ ਵੇਲੇ ਸੈਲਰੀ ਦੀ ਤੰਗੀ ਹੋ ਰਹੀ ਆ, ਜਾਣੀ ਕਿ ਪੈਸਾ ਆ ਨਹੀਂ ਰਿਹਾ ਹੈਗਾ। ਅਤੇ ਬਿਜਲੀ ਦਾ ਬਿੱਲ ਆ ਜਿਹੜਾ ਉਹ ਵੀ 6 ਲੱਖ ਖੜਾ ਆ, ਛੱਡ ਗਏ ਬਾਬੇ ਸਾਡੇ ਜਿਹੜੇ ਸੀਗੇ। ਇਸ ਵੇਲੇ ਜਿਹੜਾ 6 ਲੱਖ ਜਿਹੜਾ ਬਿਜਲੀ ਦਾ ਬਿੱਲ ਉਹ ਦੇਣ ਵਾਲਾ ਖੜਾ ਹੱਲੇ ਬਿਜਲੀ ਘਰ ਨੂੰ? ਬਿਜਲੀ ਦਾ ਬਿੱਲ ਦੇਣ ਵਾਲਾ ਖੜਾ 6 ਲੱਖ ਰੁਪਈਆ। ਜਿਵੇਂ ਤੁਸੀਂ ਦੱਸਿਆ ਵੀ 1.5 ਲੱਖ ਰੁਪਈਆ ਜਿਹੜਾ ਸਾਡੇ ਸੇਵਾਦਾਰ ਹੈਗੇ ਨੇ, ਇਹ ਉਹਨਾਂ ਦੀ ਮਿਹਨਤਾਨਾ ਬਣਦਾ, ਉਹਨਾਂ ਦੀ ਤਨਖਾਹ ਬਣਦੀ। ਇਸ ਤੋਂ ਇਲਾਵਾ ਮਹੀਨੇ ਦੇ ਕਿੰਨਾ ਕੁ ਖਰਚਾ ਆ ਜਾਂਦਾ? ਹੋਰ ਤਾਂ ਜੀ ਖਰਚਾ ਦੇਖੋ ਬਹੁਤ ਹੈ, ਰਾਸ਼ਨ ਪਾਣੀ ਦਾ। ਬਾਕੀ ਤਾਂ ਸਾਧ ਸੰਗਤ ਵੀ ਕਰੀ ਜਾਂਦੀ ਆ। ਸੰਗਤ ਮੂਹਰੇ ਅਰਦਾਸ ਕਰੀਦੀ ਆ, ਬੇਨਤੀ ਕਰੀਦੀ ਆ। ਦੇਖੋ ਇੱਦਾਂ ਇੱਦਾਂ ਕਰਕੇ ਉਹ ਸੰਗਤ ਦੇ ਜਾਂਦੀ ਆ। ਜਿੱਦਾਂ ਹੁਣ ਇੱਧਰੋਂ ਪਾਂਟੇ ਵੱਲੋਂ ਵੀ ਆਏ ਸੀ ਮੁੰਡੇ, ਉਹ ਵੀ ਦੇ ਗਏ ਆ। ਹੋਰ ਇੱਧਰੋਂ ਸ਼ਹਿਰ ਵੱਲੋਂ ਵੀ ਆਉਂਦੇ ਆ। ਜਿੱਦਾਂ ਸਾਡੇ ਸਧਾਨਾ ਸਾਹਿਬ ਵੀ ਆ, ਪਹਿਲਾਂ ਤਾਂ ਬਹੁਤ ਜੁੜੇ, ਹੁਣ ਥੋੜ੍ਹਾ ਜਿਹਾ ਹਜੇ ਪਤਾ ਨਹੀਂ ਕੀ ਗੱਲ ਹਟੇ, ਹੋਰ ਜੁੜ ਜਾਣਗੇ। ਆਪਣੇ GN ਵਾਲੇ ਵੀ ਆ, ਫਰੰਟੀਅਰ ਵਾਲੇ ਵੀ ਆ ਸਾਡੇ ਵੀਰ, ਉਹ ਵੀ ਆਪਾਂ ਨੂੰ ਬਹੁਤ ਸਹਾਇਤਾ ਕਰਦੇ। ਜਿੱਦਾਂ ਦਵਾਈਆਂ ਦੀ ਆ, ਦੁੱਧ ਦੀ ਆ, ਬਜ਼ੁਰਗਾਂ ਨੂੰ ਆਪਾਂ ਨੂੰ ਰਸ ਵੀ ਦਿੰਦੇ ਆ। ਹੁਣ ਉਹਨੂੰ ਮਾਇਆ ਵਾਲੇ ਵੀ ਕਿਹਾ ਸੀ, ਮੈਂ ਕਿਹਾ ਮਾਇਆ ਵੀ ਥੋੜ੍ਹੀ ਦਿਓ ਆਪਾਂ, ਜਿੱਦਾਂ ਬਈ ਤਨਖਾਹ ਤਨਖੂਹ ਦੇਣੀ ਆ ਬੰਦਿਆਂ ਨੂੰ। ਉਹਨਾਂ ਨਾਲ ਗੱਲ ਹੋਈ ਸੀ ਇੱਕ ਦਿਨ ਫੋਨ 'ਤੇ, ਹੁਣ ਦੇਖੀਏ ਕੀ ਕਹਿੰਦੇ ਆ। ਬਹੁਤ ਸਾਰੇ ਦਾਨੀ ਸੱਜਣ ਉਹ ਪੁੱਛਦੇ ਨੇ ਕਿ ਪਹਿਲੋਂ ਅਸੀਂ ਖਾਤਿਆਂ ਦੇ ਵਿੱਚ ਪੈਸੇ ਪਾ ਦਿੰਦੇ ਸੀ, ਦੇਸ਼ ਤੋਂ ਵਿਦੇਸ਼ ਤੋਂ ਟ੍ਰਾਂਜੈਕਸ਼ਨ ਕਰ ਦਿੰਦੇ ਸੀਗੇ, ਅਤੇ ਹੁਣ ਉਹ ਤੁਹਾਡੇ ਤੱਕ ਆਪਣੀ ਜਿਹੜੀ ਸੇਵਾ ਆ ਉਹ ਕਿੱਦਾਂ ਪਹੁੰਚਦੀ ਕਰਨ? ਉਹ ਹੁਣ ਖਾਤਾ ਖਿਲਾਵਾਂਗੇ ਜੀ ਆਪਣਾ, ਕੋਈ ਜਾਂ ਕਮੇਟੀ ਸਾਡੀ ਬਣੂਗੀ, ਫਿਰ ਉਹ ਖਾਤਾ ਖਿਲਾਵਾਂਗੇ। ਉਹ ਖਾਤੇ ਵਿੱਚ ਫਿਰ ਗਾਹਾਂ ਪੈਸੇ ਪਾਇਆ ਕਰਨਗੇ। ਜਿਹੜੇ ਉਹਨਾਂ ਦੇ ਖਾਤੇ ਆ ਉਹਨਾਂ 'ਚ ਪੈਸੇ ਨਾ ਪਾਉਣ, ਬਾਬੇ ਵਾਲੇ ਖਾਤੇ 'ਚ ਨਾ ਪੈਸੇ ਪਾਉਣ। ਅਤੇ ਉਹ ਗਾਹਾਂ ਅਸੀਂ ਇੱਥੇ ਖਾਤਾ ਖਿਲਾਵਾਂਗੇ। ਉਹ ਛੱਡ ਕੇ ਚੱਲ ਗਏ ਆ। ਅਜੇ ਉਹ ਤੁਹਾਡੇ ਕੋਲ ਆਪ ਆ ਕੇ ਚੈੱਕ ਰਾਹੀਂ ਜਾਂ ਕੈਸ਼ ਰਾਹੀਂ ਤੁਹਾਡੇ ਕੋਲ ਆਪ ਆ ਕੇ ਦੇ ਜਾਣ? ਹਾਂ, ਆਪ ਆ ਕੇ ਦੇ ਜਾਣ ਇੱਥੇ, ਫਿਰ ਸਭ ਤੋਂ ਵਧੀਆ। ਜੇ ਆਪ ਆ ਕੇ ਦੇ ਜਾਣ ਤਾਂ ਫਿਰ ਤਾਂ ਸਭ ਤੋਂ ਵਧੀਆ ਆ। ਜੇ ਉਹ ਜਾਂ ਫਿਰ ਆਪਾਂ ਟੈਲੀਫੋਨ ਜਿਹੜਾ ਸਕਰੀਨ 'ਤੇ ਦੇ ਦਿੰਦੇ ਆ, ਜੇ ਉਹਨਾਂ ਕੋਲ ਸਮਾਂ ਨਹੀਂ ਹੈ ਤੁਹਾਨੂੰ ਫੋਨ ਕਰ ਦੇਣ, ਉਹ ਤੁਸੀਂ ਆਪ ਜਾ ਕੇ ਜਾਂ ਤੁਹਾਡਾ ਸੇਵਾਦਾਰ ਜਾ ਕੇ ਵੀ ਲਿਆ ਸਕਦਾ? ਹਾਂ, ਲਿਆ ਸਕਦਾ ਸੇਵਾਦਾਰ। ਸਾਨੂੰ ਕੋਈ ਫੋਨ ਆਉਂਦਾ ਜਾ ਕੇ ਲਿਆ ਸਕਦੇ ਹਾਂ ਅਸੀਂ, ਆਪਣਾ ਸੇਵਾਦਾਰ ਭੇਜਾਂਗੇ, ਜਾ ਕੇ ਲਿਆ ਸਕਦਾ ਹੈ। ਬਿਲਕੁਲ ਜੀ। ਇਹ ਸਾਰੀ ਸੰਗਤ ਨੂੰ, ਦੇਸ਼ ਵਿਦੇਸ਼ ਜਿਹੜੀ ਸੰਗਤ ਸਾਡੀ ਬੈਠੀ ਹੈ, ਉਹਨਾਂ ਨੂੰ ਅਪੀਲ ਵੀ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਟੈਲੀਫੋਨ ਇਸ ਵੇਲੇ ਟੈਲੀਵਿਜ਼ਨ ਦੀ ਸਕਰੀਨ 'ਤੇ ਤੁਸੀਂ ਪੜ੍ਹ ਰਹੇ ਹੋ, ਇਸ ਨੰਬਰ ਦੇ ਉੱਤੇ ਜੇ ਤੁਹਾਡੇ ਕੋਲ ਸਮਾਂ ਨਹੀਂ ਹੈ ਆਸ਼ਰਮ ਆਉਣ ਦਾ, ਵੈਸੇ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਰੇ ਬਜ਼ੁਰਗਾਂ ਨੂੰ ਤੁਸੀਂ ਮਿਲੋ, ਉਹਨਾਂ ਨੂੰ ਗਲੇ ਲਾਓ ਤਾਂ ਕਿ ਉਹਨਾਂ ਦਾ ਜਿਹੜਾ ਦੁੱਖ ਹੈ ਉਹ ਘਟੇ, ਉਹਨਾਂ ਦੇ ਲਈ ਤੁਸੀਂ ਆਸਰਾ ਬਣੋ। ਪਰ ਫਿਰ ਵੀ ਜੇ ਤੁਸੀਂ ਦੇਸ਼ ਵਿਦੇਸ਼ ਹੋ, ਤੁਸੀਂ ਨਹੀਂ ਵੀ ਆ ਸਕਦੇ, ਤਾਂ ਜਿਹੜੇ ਸਕਰੀਨ ਦੇ ਉੱਤੇ ਇਸ ਵੇਲੇ ਟੈਲੀਵਿਜ਼ਨ ਦੀ ਸਕਰੀਨ 'ਤੇ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰਕੇ ਇਹ ਸੇਵਾਦਾਰਾਂ ਨੂੰ ਤੁਸੀਂ ਜਾਂ ਇਹਨਾਂ ਵੱਲੋਂ ਜਿਹੜੇ ਸੱਜਣ ਭੇਜੇ ਜਾਣਗੇ ਸੇਵਾਦਾਰ, ਉਹਨਾਂ ਦੇ ਹੱਥ ਵੀ ਆਪਣੀ ਤੁਸੀਂ ਸੇਵਾ ਭੇਜ ਸਕਦੇ ਹੋ, ਤਾਂ ਕਿ ਜਿਹੜਾ ਆਸ਼ਰਮ ਦੀ ਸੇਵਾ ਜਿਹੜੀ ਆ ਉਹ ਪਹਿਲਾਂ ਦੀ ਤਰ੍ਹਾਂ ਚੱਲਦੀ ਰਹੇ। ਇਹ ਘਟਨਾ ਵਾਪਰ ਜਾਂਦੀ ਹੈ, ਪਰ ਬਜ਼ੁਰਗ ਜਿਹੜੇ ਇੱਥੇ ਰਹਿ ਰਹੇ ਨੇ ਉਹ ਸਾਰੇ ਦੇ ਸਾਰੇ ਲੋੜਵੰਦ ਨੇ। ਇੱਥੇ ਜਿਹੜੇ ਨਿੱਕੇ ਨਿੱਕੇ ਬੱਚੇ ਨੇ, ਹੈਂਡੀਕੈਪਟਸ ਨੇ, ਨੇਤਰਹੀਣ ਨੇ, ਉਹ ਲੋੜਵੰਦ ਨੇ। ਇਮਾਰਤ ਬਣਨ ਵਾਲੀ ਹੈ ਅਤੇ ਬਿਜਲੀ ਦਾ ਬਿੱਲ ਜਿਵੇਂ ਬਾਬਾ ਜੀ ਨੇ ਦੱਸਿਆ ਹੈ ਕਿ 6 ਲੱਖ ਰੁਪਏ ਦੇ ਕਰੀਬ ਉਹ ਖੜਾ ਹੈ, ਅਤੇ 1.5 ਲੱਖ ਰੁਪਈਆ ਤਨਖਾਹ ਜਿਹੜੀ ਉਹ ਸੇਵਾਦਾਰਾਂ ਦੀ ਬਣ ਜਾਂਦੀ ਹੈ, ਅਤੇ ਲੰਗਰ 'ਤੇ ਖਰਚਾ ਹੈ, ਲਾਂਗਰੀਆਂ 'ਤੇ ਖਰਚਾ ਹੈ, ਇਮਾਰਤ ਬਣ ਰਹੀ ਉਹਦੇ 'ਤੇ ਖਰਚਾ, ਹੋਰ ਬਹੁਤ ਅਨੇਕਾਂ ਖਰਚੇ ਨੇ। ਅਤੇ ਬਜ਼ੁਰਗ ਹੈਗੇ ਨੇ, ਉਹ ਬਿਮਾਰ ਵੀ ਹੁੰਦੇ ਨੇ, ਥਾਂ ਥਾਂ ਲੈ ਕੇ ਵੀ ਜਾਣਾ, ਹੌਸਪੀਟਲ ਦੇ ਵਿੱਚ ਵੀ ਲੈ ਕੇ ਜਾਣਾ ਪੈਂਦਾ। ਇਹ ਸਾਰਾ ਕੁਝ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਆਸ਼ਰਮ ਚੱਲਦਾ ਰਹੇਗਾ। ਤੇ ਅਪੀਲ ਕੀ ਕਰਨਾ ਚਾਹੋਗੇ ਆਖਰ ਦੇ ਵਿੱਚ ਤੁਸੀਂ ਸਾਰੇ ਦਾਨੀ ਸੱਜਣਾਂ ਨੂੰ ਜਾਂ ਜਿੰਨੇ ਲੋਕ ਸੁਣ ਰਹੇ ਨੇ ਤੁਹਾਨੂੰ? ਅਸੀਂ ਤਾਂ ਇਹ ਅਪੀਲ ਕਰਦੇ ਜਿੱਦਾਂ ਵੱਧ ਤੋਂ ਵੱਧ ਸਾਡੇ ਨਾਲ ਜੁੜ ਕੇ ਆ ਕੇ ਆਪਣੇ ਹੱਥੀਂ ਕਰਨ, ਦੇਖਣ ਕੀ ਹੋ ਰਿਹਾ ਇੱਥੇ, ਜੋ ਵੀ ਹੁੰਦਾ ਵੱਧ ਤੋਂ ਵੱਧ ਕਰਨ ਸੇਵਾ, ਆਪਣੇ ਹੱਥੀਂ ਕਰਨ। ਅਸੀਂ ਤਾਂ ਕਹਿੰਦੇ ਆਪਣੇ ਹੱਥੀਂ ਜਿੰਨੀ ਵੀ ਸੇਵਾ ਕਰ ਸਕਦੇ, ਹੱਥੀਂ ਵੀ ਆਪਣੇ ਸੇਵਾ ਕਰਨ ਆ ਕੇ, ਵੱਧ ਤੋਂ ਵੱਧ ਮਾਇਆ ਦੀ ਵੀ ਸੇਵਾ ਕਰਨ। ਬਾਕੀ ਲੰਗਰ ਵਾਸਤੇ ਵੀ ਆਟਾ, ਦਾਲਾਂ, ਸਭ ਹਰੇਕ ਚੀਜ਼ ਦੀ ਲੋੜ ਹੈ ਇੱਥੇ ਰਹਿੰਦੀ, ਬਾਲਣ ਦੀ ਵੀ ਲੋੜ ਆ, ਹਰ ਇੱਕ ਚੀਜ਼ ਦੀ ਲੋੜ ਆ ਜੀ, ਹਰ ਇੱਕ ਚੀਜ਼ ਦੀ ਇਸ ਵੇਲੇ ਇੱਥੇ ਲੋੜ ਆ। ਕੱਪੜਾ ਲੀੜਾ ਵੀ ਬਜ਼ੁਰਗਾਂ ਲਈ ਚਾਹੀਦਾ। ਇਸ ਵੇਲੇ ਪੈਸਾ ਕਿਸੇ ਪਾਸੇ ਆ ਨਹੀਂ ਰਿਹਾ, ਬੜਾ ਔਖਾ ਹੋ ਚੁੱਕਾ ਹੈ ਇੱਥੇ।
ਬਹੁਤ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਇਹਨੇ ਬਾਬਾ ਰਣਜੀਤ ਸਿੰਘ ਜੀ ਰਾਣਾ, ਜਿਨ੍ਹਾਂ ਨੇ ਇਸ ਆਸ਼ਰਮ ਦੇ ਵਾਸਤੇ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਹੈ 2 ਭਰਾਵਾਂ ਨੇ ਦਾਨ ਵੀ ਦਿੱਤੀ ਸੀ ਜਿੱਥੇ ਇਹ ਆਸ਼ਰਮ ਉਸਰਿਆ। ਤੇ ਅਸੀਂ ਆਸ ਵੀ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਰੇ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਆਸ਼ਰਮ ਜਿਹੜਾ ਅੱਗੇ ਵਧਣਾ ਹੈ। ਇੱਥੇ ਜਿਹੜੇ ਰਹਿ ਰਹੇ ਨੇ ਬਜ਼ੁਰਗ, ਉਹਨਾਂ ਦਾ ਜਿਹੜਾ ਢਿੱਡ ਭਰਨਾ ਉਹ ਤੁਹਾਡੇ ਆਸਰੇ ਦੇ ਨਾਲ ਹੀ ਭਰਨਾ ਹੈ। ਤੇ ਜਿੰਨਾ ਚਿਰ ਟਰਸਟ ਦੇ ਖਾਤੇ ਨਹੀਂ ਡਿਸਪਲੇ ਕੀਤੇ ਜਾਂਦੇ ਉਹਨਾਂ ਚਿਰ ਤੁਸੀਂ ਫੋਨ ਤੇ ਨੰਬਰ ਜਿਹੜੇ ਸਕਰੀਨ ਤੇ ਦੇਖ ਰਹੇ ਹੋ ਇਹਦੇ ਤੇ ਫੋਨ ਕਰਕੇ ਜਾਂ ਤੁਸੀਂ ਆਪ ਆ ਕੇ ਵੀ ਇੱਥੇ ਆਪਣੀ ਜਿਹੜਾ ਸਹਿਯੋਗ ਆ ਦਸ਼ਵੰਧ ਹੈ ਤੁਸੀਂ ਦੇ ਸਕਦੇ ਹੋ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ। ਬਹੁਤ ਬਹੁਤ ਧੰਨਵਾਦ।